ਆਮ ਆਦਮੀ ਪਾਰਟੀ ਪਹਿਲੀ ਗੱਲ ਤਾਂ ਕਦੀ ਵੀ ਧਰਮ ਦੇ ਨਾਮ ਤੇ ਰਾਜਨੀਤੀ ਨਹੀਂ ਕਰਦੀ। ਆਮ ਆਦਮੀ ਪਾਰਟੀ ਸਕੂਲ ਦੀ ਗੱਲ ਕਰਦੀ ਹੈ ਜਦੋਂ ਵੀ ਰਾਜਨੀਤੀ ਦੀ ਇਲੈਕਸ਼ਨ ਜਾਂ ਚੋਣਾਂ ਦੀ ਗੱਲ ਹੁੰਦੀ ਹੈ। ਜੀ ਆਮ ਆਦਮੀ ਪਾਰਟੀ ਹਸਪਤਾਲਾਂ ਦੀ ਗੱਲ ਕਰਦੀ ਹੈ, ਚੰਗੀ ਐਡਮਿਨਿਸਟ੍ਰੇਸ਼ਨ ਦੀ ਗੱਲ ਕਰਦੀ ਹੈ। ਪੰਜਾਬ ਦੇ ਵਿੱਚ ਕਿਹੜਾ ਨਵਾਂ ਸਕੂਲ ਔਰ ਕਿਹੜਾ ਨਵਾਂ ਹਸਪਤਾਲ ਤੁਸੀਂ ਖੋਲ੍ਹਿਆ? ਗੱਲਾਂ ਦੇ ਨਾਲ ਰਾਜਨੀਤੀ ਨਹੀਂ ਹੁੰਦੀ। ਗਣੇਸ਼ ਜੀ ਔਰ ਆਪਣਾ ਲక్ష్ਮੀ ਮਾਤਾ ਦੀਆਂ ਗੱਲਾਂ ਔਰ ਸ਼ਸ਼ੀ ਵੀਰ ਜੀ ਦੀ ਮਜਬੂਰੀ ਹੈ, ਕਿਉਂਕਿ ਇਹਨਾਂ ਦਾ ਜਿਹੜਾ ਸੋ ਕਾਲਡ ਗੋਡ ਹੈ ਉਹ ਸਵੇਰੇ ਉੱਠ ਕੇ ਜੋ ਕਹਿ ਦਿੰਦਾ ਹੈ, ਇਹਨਾਂ ਦੀ ਮਜਬੂਰੀ ਬਣ ਜਾਂਦੀ ਉਹਨੂੰ ਡਿਫੈਂਡ ਕਰਨਾ। ਔਰ ਜੇ ਆਪਾਂ ਇਹ ਗੱਲ ਕਹੀਏ ਕਿ ਅਸੀਂ ਗਣੇਸ਼ ਜੀ ਤੇ ਲక్ష్ਮੀ ਜੀ ਦੀ ਮੂਰਤੀ ਲਾ ਦਈਏ ਕਰੰਸੀ ਤੇ ਕਰੰਸੀ ਦਾ ਫਿਰ ਜਦੋਂ ਕਦੇ ਲੋਕ ਵਿਆਹਾਂ ਦੇ ਵਿੱਚ ਜਿਹੜੇ ਆ ਆਰਕੈਸਟਰਾ ਵਾਲੇ ਹੁੰਦੇ ਆ ਜਾਂ ਗਾਉਣ ਵਾਲੇ ਆ ਉਹਨਾਂ ਦੇ ਉੱਤੋਂ ਦੀ ਵਾਰ ਕੇ ਨੋਟ ਸਿੱਟਦੇ ਆ ਕਿ ਸਾਡੇ ਦੇਵੀ ਦੇਵਤਿਆਂ ਦਾ ਅਪਮਾਨ ਨਹੀਂ ਹੋਊਗਾ, ਉਹ ਪੈਰਾਂ 'ਚ ਨਹੀਂ ਫਿਰਨਗੇ। ਇਹ ਤਾਂ ਬਹੁਤ ਮਾੜੀ ਗੱਲ ਆ। ਦੇਖੋ ਤੁਸੀਂ ਇਹ ਇੰਨੀ ਘਟੀਆ ਗੱਲ ਜਿਹੜੀ ਕੇਜਰੀਵਾਲ ਨੇ ਕਹੀ ਹੈ ਨਾ, ਇਹ ਗੱਲ ਕਰਨੀ ਹੀ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਸ਼ਰਮਨਾਕ ਹੈ। ਇਹਨਾਂ ਨੇ ਇੱਕ ਇਹੋ ਜੀ ਵਿੱਚ ਵੰਡ ਪਾਉਣ ਵਾਲੀ, ਧਰਮ ਦੇ ਵਿੱਚ ਹੀ ਵੰਡ ਪਾਉਣ ਵਾਲੀ ਇੱਕ ਸਟੇਟਮੈਂਟ ਦਿੱਤੀ ਹੈ ਜਿਹੜੀ ਬੜੀ ਨਿੰਦਣਯੋਗ ਹੈ। ਕੇਜਰੀਵਾਲ ਜੀ ਦਾ ਕਿਉਂਕਿ ਉੱਥੇ ਪੋਲੀਟੀਕਲ ਐਂਬੀਸ਼ਨਸ ਨੇ, ਹਿਮਾਚਲ ਔਰ ਗੁਜਰਾਤ ਦੇ ਇਲੈਕਸ਼ਨਾਂ ਦੇ ਵਿੱਚ ਉਹ ਆਪਣੇ ਆਪ ਨੂੰ ਫਲੋਰਿਸ਼ ਕਰਨਾ ਚਾਹੁੰਦੇ ਨੇ। ਗਰੀਬਾਂ ਦੀ ਲక్ష్ਮੀ ਲੁੱਟੀ ਹੈ ਇਹਨਾਂ ਨੇ ਲਿਕਰ ਮਾਫੀਆ ਦੇ ਵਿੱਚ, ਔਰ ਮਾਂ ਲక్ష్ਮੀ ਇਹਨਾਂ ਨੂੰ ਕਦੀ ਮਾਫ ਨਹੀਂ ਕਰੇਗੀ। ਇਹਨਾਂ ਨੇ BR ਅੰਬੇਦਕਰ ਦੀ ਫੋਟੋ ਲਾਈ ਮਗਰ, ਔਰ ਇੱਕ ਵੀ ਬੰਦਾ ਇਹਨਾਂ ਨੇ ਰਾਜ ਸਭਾ ਦੇ ਵਿੱਚ ਕਿਸੇ ਦਲਿਤ ਨੂੰ ਨਹੀਂ ਭੇਜਿਆ। 7 ਬੰਦੇ ਰਾਜ ਸਭਾ ਦੇ ਵਿੱਚ ਭੇਜੇ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ, ਉਹਨਾਂ 'ਚ ਇੱਕ ਵੀ ਦਲਿਤ ਨਹੀਂ ਗਿਆ। ਜਿਹੜੀ ਗੱਲ ਇਹਨਾਂ ਦੀ ਹੈ ਉਹ ਮਿਲੀ ਜੁਲੀ ਗੇਮ ਹੈ। ਇਹ ਦੋਨੇ ਪਾਰਟੀਆਂ ਰਲ ਕੇ RSS ਦਾ ਇਹਨਾਂ ਦੇ ਸਿਰ ਤੇ, ਦੋਨਾਂ ਦੇ ਸਿਰ ਤੇ ਹੱਥ ਹੈ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਰੰਸੀ ਨੋਟਾਂ ਤੇ ਗਣੇਸ਼ ਤੇ ਲక్ష్ਮੀ ਦੀ ਜਿਹੜੀ ਫੋਟੋ ਛਾਪਣ ਦਾ ਉਹਨਾਂ ਨੇ ਗੱਲ ਪ੍ਰਧਾਨ ਮੰਤਰੀ ਕੇਂਦਰ ਸਰਕਾਰ ਨੂੰ ਕਹੀ ਹੈ। ਉਸ ਤੋਂ ਬਾਅਦ ਇੱਕ ਪੂਰੇ ਮੁਲਕ ਦੇ ਅੰਦਰ ਰਾਸ਼ਟਰੀ ਧਿਰਾਂ ਜਾਂ ਸਮਾਜਿਕ ਹਿੱਤ ਇੱਕ ਬਹਿਸ ਦਾ ਦੌਰ ਸ਼ੁਰੂ ਹੋ ਗਿਆ। ਸਭ ਦੀ ਰਾਏ ਆਪੋ ਆਪਣੀ ਹੈ। ਕਈ ਆਗੂਆਂ ਵੱਲੋਂ ਕਈ ਤਰ੍ਹਾਂ ਦੇ ਸੁਝਾਅ, ਕਈ ਤਰ੍ਹਾਂ ਦੇ ਕਮੈਂਟ, ਟਿੱਪਣੀਆਂ ਕੀਤੀਆਂ ਜਾ ਰਹੀਆਂ ਹੈ। ਇਹ ਜ਼ਰੂਰ ਹੈ ਕਿ ਭਖਵਾਂ ਮੁੱਦਾ ਇਸ ਵੇਲੇ ਬਣਿਆ ਕਰੰਸੀ ਨੋਟਾਂ ਦੇ ਉੱਤੇ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਲਾਉਣ ਦੇ ਮੁੱਦੇ ਨੂੰ ਲੈ ਕੇ ਕਾਂਗਰਸ ਵੱਲੋਂ ਇੱਕ ਆਪਣਾ ਨਜ਼ਰੀਆ ਪੇਸ਼ ਕੀਤਾ ਗਿਆ ਕਿ ਬਾਬੂ ਅੰਬੇਦਕਰ ਦੀ ਫੋਟੋ ਕਿਉਂ ਨਾ ਲਗਾਈ ਜਾਏ। ਇੱਦਾਂ ਹੀ ਮਹਾਰਾਸ਼ਟਰ ਵੱਲੋਂ ਕੋਈ ਹੋਰ ਸੁਝਾਅ ਆਇਆ। ਆਪਣੀ ਡਿਬੇਟ ਜਦੋਂ ਚੱਲ ਰਹੀ ਤਾਂ ਹੋ ਸਕਦਾ ਕਈ ਸੁਝਾਅ ਉਸ ਵੇਲੇ ਤੱਕ ਹੋਰ ਵੀ ਆ ਸਕਦੇ ਆ। ਪਰ ਕੁਝ ਵਿਰੋਧੀ ਧਿਰਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਇਸ ਮਾਮਲੇ 'ਚ ਚੋਣਾਂ ਦੇ ਮੱਦੇਨਜ਼ਰ ਹਿੰਦੂ ਪੱਤਾ ਖੇਡ ਰਹੀ ਹੈ। ਖੈਰ, ਨਜ਼ਰੀਆ ਆਪਣਾ ਹਰ ਇੱਕ ਨੂੰ ਆਪਣੀ ਰਾਏ ਦੇਣ ਦਾ, ਰੱਖਣ ਦਾ ਅਧਿਕਾਰ ਹੈ। ਇਹਨਾਂ ਮੁੱਦਿਆਂ 'ਤੇ ਮੇਰੇ ਨਾਲ ਪੈਨਲ ਚਰਚਾ ਜਿਹੜੇ ਸਾਡੇ ਮਹਿਮਾਨ ਇਸ ਵੇਲੇ ਜੁੜ ਚੁੱਕੇ ਹੈ। ਸ਼ਸ਼ੀ ਵੀਰ ਜੀ ਨੇ, ਆਮ ਆਦਮੀ ਪਾਰਟੀ ਦੇ ਬੁਲਾਰੇ ਨੇ। ਲਕੇਸ਼ ਨਾਰੰਗ ਜੀ ਹੈ, ਭਾਰਤੀ ਜਨਤਾ ਪਾਰਟੀ ਦੇ ਬੁਲਾਰੇ। ਜਸਵਿੰਦਰ ਸਿੱਖਾਂਵਾਲਾ ਜੀ, ਕਾਂਗਰਸ ਪਾਰਟੀ ਦੇ ਬੁਲਾਰੇ ਨੇ। ਕੇਸ ਮਠਾੜੂ, ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ। ਸਾਰੇ ਮਹਿਮਾਨਾਂ ਨੂੰ ਜਿਹੜੇ ਮੇਰੀ ਬੇਨਤੀ ਪ੍ਰਵਾਨ ਕਰਕੇ ਜੀ ਆਖਦਾ, ਵੈਲਕਮ ਕਰਦਾ। ਸ਼ਸ਼ੀ ਵੀਰ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਵਿਰੋਧੀ ਧਿਰਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਜੋ ਸੁਝਾਅ ਦਿੱਤਾ ਕਰੰਸੀ ਨੋਟਾਂ ਦੇ ਬਾਰੇ 'ਚ, ਉਹਦੇ ਬਾਰੇ ਰਾਏ ਤਾਂ ਵੱਖਰੀ ਹਾਈ ਹੈ, ਪਰ ਪੋਲੀਟੀਕਲ ਤੌਰ 'ਤੇ ਕਿਹਾ ਜਾ ਰਿਹਾ ਕਿ ਇਸ ਵੇਲੇ ਜਿਹੜਾ ਅਰਵਿੰਦ ਕੇਜਰੀਵਾਲ ਆਪ ਵੱਲੋਂ ਚੋਣਾਂ ਦੇ ਮੱਦੇਨਜ਼ਰ ਜੋ ਹਿੰਦੂ ਪੱਤਾ ਖੇਡਿਆ ਗਿਆ ਉਹ ਭਾਜਪਾ ਨੂੰ ਵੀ ਪਿੱਛੇ ਛੱਡ ਗਿਆ। ਸਰ, ਆਮ ਆਦਮੀ ਪਾਰਟੀ ਪਹਿਲੀ ਗੱਲ ਤਾਂ ਕਦੀ ਵੀ ਧਰਮ ਦੇ ਨਾਮ ਤੇ ਰਾਜਨੀਤੀ ਨਹੀਂ ਕਰਦੀ। ਆਮ ਆਦਮੀ ਪਾਰਟੀ ਸਕੂਲ ਦੀ ਗੱਲ ਕਰਦੀ ਹੈ ਜਦੋਂ ਵੀ ਰਾਜਨੀਤੀ ਦੀ ਇਲੈਕਸ਼ਨ ਜਾਂ ਚੋਣਾਂ ਦੀ ਗੱਲ ਹੁੰਦੀ ਹੈ। ਆਮ ਆਦਮੀ ਪਾਰਟੀ ਹਸਪਤਾਲਾਂ ਦੀ ਗੱਲ ਕਰਦੀ ਹੈ, ਚੰਗੀ ਐਡਮਿਨਿਸਟ੍ਰੇਸ਼ਨ ਦੀ ਗੱਲ ਕਰਦੀ ਹੈ। ਤੁਸੀਂ ਸਰ ਇੱਕ ਚੀਜ਼ ਮਿਸ ਕੀਤੀ ਹੈ। ਜਦੋਂ ਉਹਨਾਂ ਨੇ ਰਿਕੁਐਸਟ ਕੀਤੀ ਹੈ ਪ੍ਰਧਾਨ ਮੰਤਰੀ ਜੀ ਨੂੰ ਫੋਟੋਜ਼ ਦੇ ਬਾਰੇ, ਦੇਵੀ ਦੇਵਤਾ ਦੀ ਫੋਟੋਜ਼ ਦੇ ਬਾਰੇ, ਉਦੋਂ ਉਹਨਾਂ ਨੇ ਪੂਰੀ ਇੱਕ ਲਾਈਨ ਦੇ ਵਿੱਚ ਸਟਾਰਟਿੰਗ ਇੱਕ ਹੋਰ ਲਾਈਨ ਗਈ ਸੀ ਕਿ ਅਗਰ ਹਿੰਦੁਸਤਾਨ ਨੂੰ ਅਗਰ ਵਿਕਸਿਤ ਦੇਸ਼ ਬਣਾਉਣਾ ਹੈ ਤਾਂ ਉਹਨਾਂ ਨੂੰ ਹਿੰਦੁਸਤਾਨ ਦੇ ਵਿੱਚ ਚੰਗੇ ਹਸਪਤਾਲ, ਚੰਗੇ ਸਕੂਲ ਬਣਨੇ ਚਾਹੀਦੇ ਨੇ। ਸੋ ਕਿਤੇ ਨਾ ਕਿਤੇ ਜਿਵੇਂ ਮੈਂ ਸਮਝਦਾ ਕਿ ਜਿਹੜੇ ਓਪੋਨੈਂਟਸ ਨੇ ਉਹਨਾਂ ਨੇ ਸਿਰਫ ਮੁੱਦੇ ਚੁੱਕਣ ਵਾਸਤੇ ਸਿਰਫ ਇਸ ਮੁੱਦੇ ਦੀ ਗੱਲ ਚੁੱਕੀ ਹੈ। ਬੀਜੇਪੀ ਕੀ ਇਸ ਗੱਲ ਤੇ ਸਹਿਮਤੀ ਨਹੀਂ ਜਤਾਉਂਦੀ। ਸੋ ਹਰੇਕ ਦੇ ਆਪਦੇ ਮਨ ਦੀ ਗੱਲ ਹੈ, ਹਰੇਕ ਬੰਦਾ ਆਪਦੇ ਮਨ ਦੇ ਵਿਚਾਰ ਰੱਖ ਸਕਦਾ ਹੈ। ਉਹਨਾਂ ਦੇ ਆਪਦੇ ਵਿਚਾਰ ਰੱਖੇ ਨੇ। ਉਹਨਾਂ ਨੇ ਤਰਕ ਦੇ ਨਾਲ ਗੱਲ ਕੀਤੀ ਹੈ ਕਿ ਆਲਰੇਡੀ ਇੰਡੋਨੇਸ਼ੀਆ ਜੋ ਕਿ ਇੱਕ ਮੁਸਲਿਮ ਕੰਟਰੀ ਹੈ,
ਜਿਹਦੇ ਵਿੱਚ ਸਿਰਫ ਨਾਮ ਮਾਤਰ 2% ਹਿੰਦੂ ਆਬਾਦੀ ਹੈ, ਉਹਨਾਂ ਨੇ ਵੀ ਗਣਪਤੀ ਜੀ ਦੀ ਤਸਵੀਰ ਲਗਾਈ ਹੋਈ ਹੈ ਕਰੰਸੀ ਨੋਟਸ ਦੇ ਉੱਤੇ। ਸੋ ਉਹਨਾਂ ਨੇ ਸੁਝਾਅ ਦਿੱਤਾ ਹੈ, ਉਹਦੇ ਉੱਤੇ ਅਗਰ ਕੋਈ ਗੱਲ ਕਰਨੀ ਹੈ ਤਰਕ ਦੇ ਨਾਲ ਗੱਲ ਕਰ ਸਕਦੇ ਨੇ, ਕਿਉਂਕਿ ਇਹਨਾਂ ਕੋਲ ਗੱਲ ਤਰਕ ਦੇ ਉੱਪਰ ਕਰਨ ਵਾਸਤੇ ਕੁਝ ਨਹੀਂ ਹੈ, ਤੇ ਸਿਰਫ ਕਿੰਤੂ ਕਰੰਤੂ ਕਰਨਗੇ ਕਿ ਇਲੈਕਸ਼ਨਸ ਨੂੰ ਲੈ ਕੇ। ਇਲੈਕਸ਼ਨ ਤਾਂ ਪਹਿਲਾਂ ਵੀ ਆਉਂਦੇ ਰਹੇ ਨੇ, ਇਲੈਕਸ਼ਨ ਤਾਂ ਇਹਨਾਂ ਦੇ ਟਾਈਮ ਤੇ ਵੀ ਕਈ ਆਉਂਦੇ ਰਹੇ ਨੇ। ਇਲੈਕਸ਼ਨ ਦੇ ਟਾਈਮ ਕੋਈ ਵਾਅਦਾ ਤਾਂ ਨਹੀਂ ਕਰ ਰਹੇ ਕਿ ਅਗਰ ਸਾਡੀ ਸਰਕਾਰ ਬਣੇਗੀ ਤੇ ਅਸੀਂ ਇਹ ਲੈ ਕੇ ਆਵਾਂਗੇ। ਅਸੀਂ ਸਟਿਲ ਆਪਣੀ ਕਮਿਟਮੈਂਟਸ ਤੇ ਖੜੇ ਆ, ਆਪਦੀ ਗਰੰਟੀਜ਼ ਤੇ ਖੜੇ ਆ ਕਿ ਜਦੋਂ ਸਾਡੀ ਸਰਕਾਰ ਬਣੇਗੀ ਚੰਗੇ ਹਸਪਤਾਲ ਬਣਾਵਾਂਗੇ, ਮੁਹੱਲਾ ਕਲੀਨਿਕਸ ਬਣਾਵਾਂਗੇ, ਅਸੀਂ ਸਕੂਲ ਬਣਾਵਾਂਗੇ। ਅਸੀਂ ਤਾਂ ਉਹ ਇਲੈਕਸ਼ਨ ਦੇ ਵਿੱਚ ਮੇਨ ਤਾਂ ਮੁੱਦਾ ਹੀ ਰੱਖਿਆ ਹੋਇਆ। ਸ਼ਸ਼ੀ ਜੀ ਬਿਲਕੁਲ। ਸ਼ਸ਼ੀ ਜੀ, ਇੱਕ ਸਵਾਲ ਤੁਸੀਂ ਆਪਣਾ ਵਾਜਬ ਆਪਣੇ ਤਰੀਕੇ ਨਾਲ ਗੱਲ ਕਰ ਰਹੇ ਹੋ, ਇੱਕ ਸਵਾਲ ਮੈਂ ਦਰਸ਼ਕਾਂ ਲਈ ਲੈਣਾ ਚਾਹੁੰਦਾ। ਦੇਖੋ, ਚੰਗੇ ਹਸਪਤਾਲ ਬਣਾਉਣ ਦੀ ਗੱਲ ਕਰਦੇ ਹਾਂ, ਚੰਗੇ ਸਕੂਲ ਬਣਾਉਣ ਦੀ ਗੱਲ ਕਰਦੇ ਹਾਂ, ਜਾਂ ਦੇਸ਼ ਦੇ ਵਿਕਾਸ ਦੀ ਗੱਲ ਕਰਦੇ ਹਾਂ, ਉਹਦੇ ਬਾਰੇ ਕੋਈ ਦੋ ਰਾਮਾਂ ਨਹੀਂ ਹੋ ਸਕਦੀਆਂ, ਸਾਰਿਆਂ ਨੂੰ ਅਧਿਕਾਰ ਹੈ, ਸਰਕਾਰਾਂ ਤੋਂ ਤਵੱਕੋਂ ਵੀ ਕੀਤੀ ਜਾਂਦੀ ਹੈ। ਪਰ ਕਰੰਸੀ ਨੋਟਾਂ ਦੇ ਮੁੱਦੇ ਤੇ ਲੈ ਕੇ ਗੱਲ ਕੀਤੀ ਜਾ ਰਹੀ ਹੈ ਕਿ ਦੇਸ਼ ਦੇ ਵਿਕਾਸ ਦੀ ਗੱਲ ਆ। ਉਹ ਕਹਿੰਦੇ ਵੀ ਫਿਰ ਮੌਜੂਦਾ ਕਰੰਸੀ ਹਾਈ ਹੈ ਨਾ, ਆਪਾਂ ਚੰਗੇ ਵਿਕਾਸ ਲਈ, ਹਸਪਤਾਲਾਂ ਲਈ, ਸਕੂਲਾਂ ਲਈ ਉਹ ਕਰੰਸੀ ਦਾ ਇਸਤੇਮਾਲ ਹੋ ਸਕਦਾ ਹੈ। ਸਰ ਤੁਸੀਂ ਦੇਖੋਗੇ ਕਿ ਉਸੇ ਹੀ ਜਿਹੜੀ ਉਹਨਾਂ ਨੇ ਸਪੀਚ ਦਿੱਤੀ ਸੀ, ਜਿਹੜੀ ਉਹਨਾਂ ਨੇ ਰਿਕੁਐਸਟ ਕੀਤੀ ਸੀ, ਉਹਦੇ ਵਿੱਚ ਹੀ ਹਸਪਤਾਲ ਸਕੂਲ ਦਾ ਨਾਮ ਪਹਿਲਾਂ ਆਇਆ। ਉਸ ਤੋਂ ਬਾਅਦ ਉਹਨਾਂ ਨੇ ਆਪ ਦੀ ਗੱਲ ਰੱਖੀ ਕਰੰਸੀ ਨੋਟਸ ਦੇ ਉੱਤੇ। ਮੈਂ ਬੀਜੇਪੀ ਨੂੰ ਪੁੱਛਣਾ ਚਾਹੁੰਦਾ ਕਿ ਉਹ ਅਗਰ ਇਸ ਗੱਲ ਨਾਲ ਨਹੀਂ ਸਹਿਮਤੀ ਹੈ, ਉਹਨਾਂ ਨੂੰ ਦੇਵੀ ਦੇਵਤਾਵਾਂ ਦੀ ਫੋਟੋ ਨਹੀਂ ਚਾਹੀਦੀ, ਦੱਸ ਸਕਦੇ ਨੇ, ਆਪਦੀ ਨਿੱਜੀ ਰਾਏ ਦੱਸ ਸਕਦੇ ਨੇ, ਪਰ ਉਹਨੂੰ ਇਲੈਕਸ਼ਨ ਦੇ ਨਾਲ ਜੋੜਨਾ, ਕਿਉਂਕਿ ਮੈਂ ਜੋ ਵੀ ਅਰਵਿੰਦ ਕੇਜਰੀਵਾਲ ਜੀ ਕਹਿੰਦੇ ਨੇ, ਉਹ ਹਰ ਗੱਲ ਨੂੰ ਇਹਨਾਂ ਨੇ ਇੱਕ ਵੱਡੇ ਲੈਵਲ ਤੇ ਪ੍ਰੋਜੈਕਟ ਕਰਨਾ ਹੁੰਦਾ, ਬੀਜੇਪੀ ਨੂੰ ਅਪੋਜ਼ ਕਰਨਾ ਹੁੰਦਾ। ਅਪੋਜ਼ ਕਰਨ, ਤਰਕ ਦੇ ਆਧਾਰ ਤੇ ਕਰਨ। ਇਲੈਕਸ਼ਨਸ ਹੈਗੇ ਆ, ਕਿਉਂਕਿ ਅਭੀ ਇਲੈਕਸ਼ਨ ਓਪੋਨੈਂਟ ਨੇ, ਇਹਨਾਂ ਨੇ ਆਪਦੇ ਆਧਾਰ ਤੇ ਇਹਨਾਂ ਨੇ ਤਰਕ ਰੱਖਣੇ ਆ, ਪਰ ਤਰਕ ਜਿਹੜੇ ਰੱਖਣਗੇ ਉਹ ਜੈਨੂਨ ਰੱਖਣ, ਗੱਲ ਕਰਨ ਉਹਦੇ ਉੱਪਰ। ਅਸੀਂ ਤਾਂ ਕਹਿ ਰਹੇ ਹਾਂ ਹਸਪਤਾਲਾਂ ਦੀ ਗੱਲ ਵੀ ਕਰ ਲੈਣ, ਸਕੂਲ ਦੀ ਵੀ ਗੱਲ ਕਰ ਲੈਣ। ਜੀ ਆਪਾਂ ਜਵਾਬ ਲੈਂਦੇ ਹਾਂ। ਲੋਕੇਸ਼ ਨਾਰੰਗ ਜੀ, ਜਿਸ ਤਰੀਕੇ ਨਾਲ ਆਪ ਵੱਲੋਂ ਕਿਹਾ ਗਿਆ ਹੈ ਕਿ ਭਾਜਪਾ ਜਾਣਬੁੱਝ ਕੇ ਅਰਵਿੰਦ ਕੇਜਰੀਵਾਲ ਜੋ ਵੀ ਬੋਲਦੇ ਆ ਉਹਨੂੰ ਧਾਰਮਿਕ ਜਾਂ ਰਾਜਸੀ ਰੰਗਤ ਦੇ ਕੇ ਪੇਸ਼ ਕੀਤਾ ਜਾਂਦਾ। ਉਹ ਕਹਿੰਦੇ ਇਸ ਤਾਂ ਗੱਲ ਕਰਦੇ ਆ ਸਕੂਲਾਂ ਦੀ, ਹਸਪਤਾਲਾਂ ਦੀ, ਵਿਕਾਸ ਦੀ ਗੱਲ ਕਰਦੇ ਆ। ਇਸ ਤਰੀਕੇ ਨਾਲ ਭਾਜਪਾ ਵੱਲੋਂ ਬਲਕਿ ਚੋਣਾਂ ਦੇ ਮੱਦੇਨਜ਼ਰ ਇਸ ਗੱਲ ਨੂੰ ਜਾਣਬੁੱਝ ਕੇ ਜੋੜਿਆ ਜਾ ਰਿਹਾ ਹੈ। ਦੇਖੋ ਸਿਵ ਸਾਹਿਬ, ਐਸਾ ਹੈ ਕਿ ਵਰਤਮਾਨ ਰਾਜਨੀਤੀ ਦੇ ਵਿੱਚ ਜਿਹੜੇ ਕੇਜਰੀਵਾਲ ਸਾਹਿਬ ਨੇ, ਉਹਨਾਂ ਨੂੰ ਸਭ ਤੋਂ ਵੱਡੇ ਨੌਟੰਕੀਬਾਜ਼ ਦਾ ਤਗਮਾ ਹਾਸਲ ਹੈ। ਉਹ ਇਹ ਮੈਂ ਕਿਉਂ ਕਹਿ ਰਿਹਾ ਕਿ ਆਪਾਂ ਬਾਕੀ ਪਾਰਟੀਆਂ ਦੇ ਸੁਪਰੀਮੋ, ਬਾਕੀ ਪਾਰਟੀਆਂ ਦੇ ਲੀਡਰਸ ਵੀ ਨੇ, ਪਰ ਕੋਈ ਵੀ ਇਹੋ ਜਿਹੇ ਅਨਾਰਕਿਸਟ ਵਾਂਗਰ ਬਿਆਨ ਨਹੀਂ ਦਿੰਦਾ ਜਿਵੇਂ ਕੇਜਰੀਵਾਲ ਸਾਹਿਬ ਦਿੰਦੇ ਨੇ। ਆਪਾਂ ਤੁਹਾਨੂੰ ਥੋੜ੍ਹਾ ਜਿਹਾ ਪਿੱਛੇ ਲੈ ਕੇ ਜਾਣਾ। ਇਹ ਪਾਰਟੀ ਇੱਕ ਜਨ ਅੰਦੋਲਨ ਤੋਂ ਆਈ, ਸਵਰਾਜ ਦੇ ਨਾਅਰੇ ਤੇ ਆਈ, ਲੋਕਪਾਲ ਦੇ ਨਾਅਰੇ ਤੇ ਆਈ। ਮੈਨੂੰ ਦੱਸਣ ਸ਼ਸ਼ੀ ਵੀਰ ਜੀ ਕਿ 8 ਸਾਲ 'ਚ ਕਿਆ ਦਿੱਲੀ 'ਚ ਲੋਕਪਾਲ ਆ ਗਿਆ? ਕਿਆ ਦਿੱਲੀ 'ਚ ਰਾਮ ਰਾਜ ਆ ਗਿਆ? ਕਿਆ ਦਿੱਲੀ ਦੀਆਂ ਮੁਸੀਬਤਾਂ ਖਤਮ ਹੋ ਗਈਆਂ? ਇਹਨਾਂ ਨੇ ਇੱਕ ਕੰਮ ਕੀ ਕੀਤਾ ਸਿੱਧੂ ਸਾਹਿਬ ਕਿ ਇਹਨਾਂ ਨੇ ਦਿੱਲੀ ਦਾ ਜਿਹੜਾ ਕਰਪਟ ਮਾਡਲ ਆ ਉਹ ਪੰਜਾਬ ਦੇ ਕੁਝ ਲੋਕਾਂ ਨੂੰ ਭਟਕਾ ਕੇ, ਪੰਜਾਬ ਦੇ ਵਿੱਚ ਇਹ ਲੋਕਾਂ ਨੂੰ ਐਂਟੀ ਇਨਕੰਬੈਂਸੀ ਕਹਿ ਲਓ ਜਾਂ ਕੁਝ ਵੀ ਕਹਿ ਲਓ, ਉਸ ਤੇ ਭਟਕਾ ਕੇ ਵੋਟਾਂ ਹਾਸਲ ਕਰਨ 'ਚ ਕਾਮਯਾਬ ਹੋ ਗਏ। ਉੱਥੋਂ ਇਹਨਾਂ ਦੀ ਪੋਲੀਟੀਕਲ ਐਸਪੀਰੇਸ਼ਨ ਵੱਧ ਗਈ ਤੇ ਇਹਨਾਂ ਦਾ ਜਿਹੜਾ ਮਾਡਲ ਆ ਨਾ, ਸਕੂਲ ਮਾਡਲ ਔਰ ਹੈਲਥ ਮਾਡਲ। ਸ਼ਸ਼ੀ ਵੀਰ ਜੀ ਨੂੰ ਮੈਂ ਇੱਕ ਪੁੱਛਣਾ ਚਾਹੁੰਦਾ ਕਿ ਦੱਸੋ, 7 ਮਹੀਨੇ ਹੋ ਗਏ ਤੁਹਾਡੀ ਸਰਕਾਰ ਨੂੰ, ਪੰਜਾਬ ਦੇ ਵਿੱਚ ਕਿਹੜਾ ਨਵਾਂ ਸਕੂਲ ਔਰ ਕਿਹੜਾ ਨਵਾਂ ਹਸਪਤਾਲ ਤੁਸੀਂ ਖੋਲ੍ਹਿਆ? ਗੱਲਾਂ ਦੇ ਨਾਲ ਰਾਜਨੀਤੀ ਨਹੀਂ ਹੁੰਦੀ। ਇਹਨਾਂ ਦਾ ਜਿਹੜਾ ਸਿੱਧੂ ਸਾਹਿਬ ਹੈਲਥ ਮਾਡਲ ਆ, ਹੈਲਥ ਮਾਡਲ ਦਿੱਲੀ 'ਚ ਪਿੱਟ ਚੁੱਕਾ, ਐਜੂਕੇਸ਼ਨ ਮਾਡਲ ਪਿੱਟ ਚੁੱਕਾ, ਇਹਨਾਂ ਦਾ ਲਿਕਰ ਮਾਡਲ ਪਿੱਟ ਚੁੱਕਾ। ਕਰਪਸ਼ਨ ਦੇ ਇਹਨਾਂ ਤੇ ਚਾਰਜਿਸ ਨੇ, ਕਿਉਂਕਿ ਇਹਨਾਂ ਨੇ ਗਰੀਬ ਲੋਕਾਂ ਦਾ ਜਿਹੜਾ ਪੈਸਾ ਆ ਉਹ ਖਾ ਕੇ ਕਰਪਸ਼ਨ ਕੀਤੀ ਹੈ, ਲਿਕਰ ਮਾਫੀਆ। ਤੇ ਇਹਨਾਂ ਦੇ ਸਿੱਧੂ ਸਾਹਿਬ ਮੈਨੂੰ ਗੱਲ ਕੰਪਲੀਟ ਕਰਨ ਦਿਓ। ਹੁਣ ਇਹਨਾਂ ਦੇ ਕੋਲ ਕੋਈ ਮਾਡਲ ਤਾਂ ਵੇਚਣ ਨੂੰ ਰਿਹਾ ਨਹੀਂ, ਔਰ ਪੰਜਾਬ ਦੇ ਵਿੱਚ ਇਹਨਾਂ ਦਾ ਹੈਲਥ ਮਾਡਲ, ਪਹਿਲਾਂ ਇਹਨਾਂ ਦਾ ਇੱਕ ਹੈਲਥ ਮਿਨਿਸਟਰ ਜੇਲ੍ਹ 'ਚ ਗਿਆ, ਦੂਸਰਾ ਹੈਲਥ ਮਿਨਿਸਟਰ ਕੰਟਰੋਵਰਸੀਜ਼ ਤੇ ਆ, ਫੌਜਾ ਸਿੰਘ ਸਰਾਰੀ ਤੇ ਇਹਨਾਂ ਕੋਲ ਕੋਈ ਜਵਾਬ ਨਹੀਂ ਆ, ਪਠਾਨ ਮਾਜਰਾ ਤੇ ਇਹਨਾਂ ਕੋਲ ਕੋਈ ਜਵਾਬ ਨਹੀਂ ਆ, ਤੇ ਕਿਸੇ ਤੇ ਕੋਈ ਜਵਾਬ ਨਹੀਂ ਹੈ। ਤੇ ਹੁਣ ਗੁਜਰਾਤ 'ਚ ਜਾ ਕੇ ਕੀ ਵੇਚਣ? ਕਿਉਂਕਿ ਗੁਜਰਾਤ ਦੇ ਵਿੱਚ ਇਲੈਕਸ਼ਨ ਆ, ਔਰ ਅਰਵਿੰਦ ਕੇਜਰੀਵਾਲ ਇੱਕ ਐਸਾ ਆਦਮੀ ਆ ਕਿ ਜਿਹੜਾ ਸਟੇਟ ਬਾਈ ਸਟੇਟ ਰੰਗ, ਰੂਪ, ਭਾਸ਼ਾ, ਧਰਮ ਬਦਲਦਾ ਰਹਿੰਦਾ। ਤੇ ਗੁਜਰਾਤ ਦੇ ਵਿੱਚ ਨਾ ਤਾਂ ਹੈਲਥ ਮਾਡਲ ਇਹਨਾਂ ਦਾ ਵਿਕਣਾ ਸੀ, ਕਿਉਂਕਿ ਗੁਜਰਾਤ ਦੇ ਵਿੱਚ ਪਿਛਲੇ 27 ਸਾਲ ਤੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ, ਔਰ ਭਾਰਤੀ ਜਨਤਾ ਪਾਰਟੀ ਸਰਕਾਰ ਦੇ ਖਿਲਾਫ ਕੋਈ ਐਂਟੀ ਇਨਕੰਬੈਂਸੀ ਨਹੀਂ ਹੈ। ਲੋਕਾਂ ਨੇ ਉਹਨਾਂ ਨੂੰ ਬਾਰ-ਬਾਰ ਚੁਣਿਆ। ਨਾ ਉੱਥੇ 10 ਸੈਕਿੰਡ ਨਾ ਉੱਥੇ ਕਰਪਸ਼ਨ ਆ, ਨਾ ਉੱਥੇ ਭ੍ਰਿਸ਼ਟਾਚਾਰ ਆ। ਹੁਣ ਉੱਥੇ ਇਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਕਿਹੜਾ ਫਲॉप ਮਾਡਲ ਵੇਚੀਏ। ਤਾਂ ਐਸੇ ਨੌਸੱਖੀਏ ਬਿਆਨ ਦੇ ਕੇ ਜਿਹਦਾ ਕਿਸੇ ਨਾਲ ਕੋਈ ਮਤਲਬ ਨਹੀਂ ਆ, ਉਹ ਫਿਰ ਜੇ ਇਹਨਾਂ ਦੇ ਨੌਸੱਖੀਏ ਬਿਆਨ ਦੀ ਦੇਖੋ, ਜੇ ਅਸੀਂ ਨਿੰਦਾ ਕਰਾਂਗੇ ਬੀਇੰਗ ਪੋਲੀਟੀਕਲ ਪਾਰਟੀ, ਕਿ ਕਿਉਂਕਿ ਇਹੀ ਉਹੀ ਕੇਜਰੀਵਾਲ ਸਾਹਿਬ ਨੇ ਜਿਨ੍ਹਾਂ ਦਾ ਟਵਿੱਟਰ ਤੇ ਇੱਕ ਬਿਆਨ ਪਿਆ ਮੀਡੀਆ ਦੇ ਵਿੱਚ ਕਿ ਜਿਹੜਾ ਸਵਾਸਤਿਕ ਔਰ ਗਣੇਸ਼ ਹੈ ਇਹਨੂੰ ਅਸੀਂ ਝਾੜੂ ਮਾਰ ਕੇ ਸਾਫ਼ ਕਰ ਦਾਂਗੇ, ਅਸੀਂ ਨਹੀਂ ਮੰਨਦੇ। ਤੇ ਅੱਜ ਕਿਉਂਕਿ ਇਹਨਾਂ ਨੂੰ ਹੋਰ ਕੋਈ ਰਸਤਾ ਨਹੀਂ ਲੱਭ ਰਿਹਾ ਤੇ ਇਹ ਕੇਜਰੀਵਾਲ ਸਾਹਿਬ ਕਰਨ ਲੱਗ ਗਏ ਨੇ ਗਣੇਸ਼ ਜੀ ਔਰ ਆਪਣਾ ਲక్ష్ਮੀ ਮਾਤਾ ਦੀਆਂ ਗੱਲਾਂ।
ਔਰ ਸ਼ਸ਼ੀ ਵੀਰ ਜੀ ਤਾਂ ਮਜਬੂਰੀ ਆ ਹੈ, ਰਹੇ। ਕਿਉਂਕਿ ਇਹਨਾਂ ਦਾ ਜਿਹੜਾ ਸੋ ਕਾਲਡ ਗੋਡ ਹੈ ਉਹ ਸਵੇਰੇ ਉੱਠ ਕੇ ਜੋ ਕਹਿ ਦਿੰਦਾ ਹੈ, ਇਹਨਾਂ ਦੀ ਮਜਬੂਰੀ ਬਣ ਜਾਂਦੀ ਉਹਨੂੰ ਡਿਫੈਂਡ ਚਲੋ ਕਰਨਾ। ਤੁਹਾਡੀ ਗੱਲ ਆ ਗਈ, ਆਪਾਂ ਜਵਾਬ ਲੈ ਲਈਏ। ਲੋਕੇਸ਼ ਜੀ ਮੈਂ ਫੇਰ ਵੀ ਆਵਾਂਗਾ ਤੁਹਾਡੇ ਵੱਲ ਜਿਹੜਾ ਹੈਗਾ, ਬਾਕੀ ਮਹਿਮਾਨਾਂ ਨੂੰ ਵੀ ਮੇਰੀ ਬੇਨਤੀ ਹੈ, ਤੁਹਾਡੇ ਤੋਂ ਮੈਂ ਸਵਾਲ ਲਵਾਂਗਾ, ਪਰ ਕਿਉਂਕਿ ਸਿੱਧੇ ਤੌਰ ਤੇ ਗੱਲ ਜਿਹੜੀ ਹੈਗੀ ਆਪ ਦੀ ਕੀਤੀ ਜਾ ਰਹੀ ਹੈ। ਸ਼ਸ਼ੀਵੀਰ ਜੀ ਸੰਖੇਪ ਜਿਹਾ ਜਵਾਬ ਜੋ ਲੋਕੇਸ਼ ਜੀ ਨੇ ਕਹੀ ਹੈ ਗੱਲ ਦੇ ਵਿੱਚ 8 ਤੋਂ 9 ਵਾਰ ਗੁਜਰਾਤ ਦਾ ਨਾਮ ਲਿੱਤਾ, ਗੁਜਰਾਤ ਇਲੈਕਸ਼ਨ ਦਾ ਨਾਮ ਲਿੱਤਾ। ਉਹ ਕਿਤੇ ਨਾ ਕਿਤੇ ਸਿਰਫ ਘਬਰਾਹਟ ਗੁਜਰਾਤ ਇਲੈਕਸ਼ਨ ਦੀ ਹੈ, ਦੂਸਰੇ ਪਾਸੇ ਇਹਨਾਂ ਦੇ ਕੋਲ ਤਰਕ ਦੇ ਉੱਪਰ ਕੋਈ ਜਵਾਬ ਨਹੀਂ ਹੈ। ਦੂਸਰੀ ਗੱਲ ਇਹਨਾਂ ਨੇ ਕਹੀ ਹੈ ਕਿ ਆਮ ਆਦਮੀ ਪਾਰਟੀ ਰਾਮ ਰਾਜੇ ਜਾਂ ਸਵਰਾਜ ਦੀ ਗੱਲ ਕਰਦੀ ਹੈ, ਕਿ ਸਵਰਾਜ ਦੀ ਗੱਲ ਕਹਿ ਕੇ ਆਈ ਸੀਗੀ। ਮੈਂ ਦੱਸਣਾ ਚਾਹੁੰਦਾ ਕਿ 8 ਸਾਲ ਪਹਿਲਾਂ ਇਹਨਾਂ ਨੇ 2 ਕਰੋੜ ਰੋਜ਼ਗਾਰ ਹਰ ਸਾਲ ਦੇਣ ਦੀ ਗੱਲ ਕੀਤੀ ਸੀਗੀ, ਉਹ ਕਿੱਥੇ ਹੈ? 15 ਅਗਸਤ 2022 ਨੂੰ ਬੁਲਟ ਟ੍ਰੇਨ ਚੱਲਣੀ ਸੀਗੀ, ਉਹ ਕਿੱਥੇ ਹੈ? ਪੈਟਰੋਲ ਡੀਜ਼ਲ ਦਾ ਪ੍ਰਾਈਸ ਦਾ ਰੇਟ ਘਟਣਾ ਸੀਗਾ, ਉਹ ਕਿੱਥੇ ਹੈ? ਜਿਹੜੇ ਜੌਬਸ ਕ੍ਰੀਏਟ ਕਰਨੀਆਂ ਸੀਗੀਆਂ ਉਹ ਕਿੱਥੇ ਹੈ? ਸੋ ਆਪਾਂ ਤਰਕ ਦੀ ਗੱਲ ਕਰਦੇ ਹਾਂ, ਅਗਰ ਇਹਨਾਂ ਤਰਕ ਦੀ ਗੱਲ ਅਸੀਂ ਤਰਕ ਦੀ ਵੇਟ ਕਰ ਲੈਂਦੇ ਹਾਂ। ਤੁਸੀਂ ਆਪ ਦਾ ਪੱਖ ਦੱਸੋ ਕਿ ਤੁਸੀਂ 8 ਸਾਲਾਂ 'ਚ ਕਿੰਨੀਆਂ ਕਮਿਟਮੈਂਟਸ ਪੂਰੀਆਂ ਕੀਤੀਆਂ। 15 ਲੱਖ ਜੋ ਕਿ ਇਹਨਾਂ ਨੇ ਜੁਮਲਾ ਕਰਾਰ ਕਰ ਦਿੱਤਾ, ਮੈਂ ਉਹਦੇ ਦੀ ਗੱਲ ਹੀ ਨਹੀਂ ਕਰਾਂਗਾ ਕਿਉਂਕਿ ਉਹਦੇ ਉਹ ਆਪ ਹੀ ਜੁਮਲਾ ਕਹਿ ਚੁੱਕੇ ਨੇ। ਪਰ ਆਪਾਂ ਜਿਹੜਾ ਤਰਕ ਦੀ ਗੱਲ ਆਣੀ ਹੈ, 15 ਕਰੋੜ ਰੋਜ਼ਗਾਰ ਤੋਂ ਲੈ ਕੇ, ਚਾਹੇ ਜਿਹੜੀ ਇਹਨਾਂ ਨੇ ਕਮਿਟਮੈਂਟਸ ਕੀਤੀਆਂ ਸੀਗੀਆਂ, ਚਾਹੇ ਇਹਨਾਂ ਨੇ ਪੈਟਰੋਲ ਡੀਜ਼ਲ ਦੇ ਪ੍ਰਾਈਸ ਦੀ ਗੱਲ ਕੀਤੀ ਸੀਗੀ, ਅੱਜ ਡਾਲਰ ਦਾ ਰੇਟ ਕਿੱਥੇ ਜਾ ਰਿਹਾ ਹੈ? ਆਪਾਂ ਜਵਾਬ ਲੈ ਲਈਏ ਸ਼ਸ਼ੀਵੀਰ ਜੀ, ਫਿਰ ਗੱਲ ਲੰਬੀ ਹੋ ਜਾਏਗੀ। ਆਪਾਂ ਜਵਾਬ ਲੈ ਲਈਏ, ਬਾਕੀ ਮਹਿਮਾਨ ਵੀ ਜੀ ਇਸ ਮੁੱਦੇ ਤੇ ਨਾਰੰਗ ਸਾਹਿਬ ਸੰਖੇਪ ਜਵਾਬ। ਉਹ ਕਹਿੰਦੇ ਵੀ ਤੁਸੀਂ ਜਿਹੜਾ ਜਾਣਬੁੱਝ ਕੇ ਇਦਾਂ ਦੀਆਂ ਨਟੰਕੀ ਤੇ ਇਦਾਂ ਦੀਆਂ ਗੱਲਾਂ ਕਰਦੇ ਹੋ, ਕਿਉਂਕਿ ਕੇਂਦਰ ਸਰਕਾਰ ਨੇ ਕੀਤਾ ਕੋਈ ਨਹੀਂ, ਤੁਸੀਂ ਬਾਰ-ਬਾਰ ਗੁਜਰਾਤ ਦੀ ਗੱਲ ਆਪ ਹੀ ਕਰਦੇ ਹੋ। ਚੋਣਾਂ ਦਾ ਕਹਿੰਦੇ ਖਦਸ਼ਾ ਜਾਂ ਡਰ ਜਾਂ ਖੌਫ ਭਾਜਪਾ ਨੂੰ ਹੈ। ਦੇਖੋ ਸਿੱਧੂ ਸਾਹਿਬ, ਐਸਾ ਹੈ ਕਿ ਨਰਿੰਦਰ ਮੋਦੀ ਜੀ ਦੀ ਸਰਕਾਰ 2014 ਚ ਆਈ ਸੀ, ਕੁਝ ਪ੍ਰੋਮਿਸ ਪੂਰੇ ਹੋਏ, ਕੁਝ ਪੈਂਡਿੰਗ ਨੇ, ਪਰ ਲੋਕਾਂ ਨੇ 2019 ਚ ਫਿਰ ਫਤਵਾ ਦਿੱਤਾ ਔਰ ਸਾਰੇ ਸੂਬਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਬਾਰ-ਬਾਰ ਰਿਪੀਟ ਹੋ ਰਹੀ। ਔਰ ਲੋਕਤੰਤਰ ਦੇ ਵਿੱਚ ਤੁਹਾਨੂੰ ਲੋਕ ਕਿੰਨਾ ਪਸੰਦ ਕਰਦੇ ਨੇ ਉਹਦਾ ਇੱਕ ਪੈਮਾਨਾ ਚੋਣਾਂ ਹੀ ਹੁੰਦੀਆਂ ਨੇ। ਸ਼ਸ਼ੀ ਵੀਰ ਜੀ ਨੂੰ ਇਹ ਦੱਸਣਾ ਚਾਹੀਦਾ ਕਿ ਹੁਣ ਤੁਸੀਂ ਉੱਥੇ ਜਾ ਕੇ ਆਪਣਾ ਲਿੱਕਰ ਮਾਫੀਆ ਦੀ ਗੱਲ ਕਿਉਂ ਨਹੀਂ ਕਰਦੇ ਕਿ ਸਾਡਾ ਲਿੱਕਰ ਮਾਫੀਆ 'ਚ ਸਾਡਾ ਸੁਪਰੀਮੋ ਇਨਵੋਲਵ ਆ, ਉੱਥੇ ਮੋਰਲ ਦੀਆਂ ਗੱਲਾਂ ਕਿਉਂ ਨਹੀਂ ਕਰਦੇ? ਸਾਡਾ ਫੌਜਾ ਸਿੰਘ ਸਰਾਰੀ ਜਿਹਦੇ ਖਿਲਾਫ ਆਡੀਓ ਭ੍ਰਸ਼ਟਾਚਾਰ ਦੀ ਆ, ਅਸੀਂ ਉਹਦੇ ਖਿਲਾਫ ਕਾਰਵਾਈ ਨਹੀਂ ਕਰਦੇ। ਥੈਂਕ ਯੂ ਲੋਕੇਸ਼ ਜੀ, ਤੁਹਾਡੀ ਗੱਲ ਆ ਗਈ। ਆਪਾਂ ਬਾਕੀ ਮਹਿਮਾਨਾਂ ਦੇ ਕਮੈਂਟਸ ਵੀ ਲੈ ਲਈਏ। ਸ਼ਸ਼ੀਵੀਰ ਜੀ ਮੈਂ ਡੈਫੀਨਿਟਲੀ ਤੁਹਾਡੇ ਤੋਂ ਸਵਾਲ ਲੈਣਾ, ਪਰ ਆਪਾਂ ਪਹਿਲਾਂ ਕਾਂਗਰਸ ਦੇ ਬੁਲਾਰੇ ਸਾਡੇ ਨਾਲ ਜੁੜੇ ਹੋਏ ਹੈ, ਸਿੱਖਾਂ ਇਸ ਮੁੱਦੇ ਤੇ ਗੱਲ ਕਰ ਰਹੇ। ਹੁਣ ਕਾਂਗਰਸ ਵੀ ਇਸ ਮੈਦਾਨ 'ਚ ਕੁੱਦ ਪਈ ਹੈ। ਕਾਂਗਰਸ ਨੇ ਕਿਹਾ ਕਿ ਬਾਬੂ ਅੰਬੇਦਕਰ ਉਹਨਾਂ ਦੀ ਫੋਟੋ ਕਿਉਂ ਨਾ ਲਾਈ ਜਾਵੇ, ਕਿਉਂ ਜਿਹੜਾ ਹੈਗਾ ਇੱਕ ਜਿਹੜਾ 2 ਦੇਵਤਿਆਂ ਦੀ ਫੋਟੋ ਹੀ ਲਾਈ ਜਾਵੇ। ਲੱਗਦਾ ਨਹੀਂ ਕਿ ਇੱਕ ਹੋੜ ਜੀ ਲੱਗ ਗਈ ਹੈ ਕਰੰਸੀ ਨੋਟਾਂ ਦੇ ਮੁੱਦਿਆਂ ਨੂੰ ਲੈ ਕੇ ਕਿ ਕੀ ਲੱਗਣਾ ਚਾਹੀਦਾ, ਕੀ ਨਹੀਂ ਲੱਗਣਾ ਚਾਹੀਦਾ, ਕਿ ਨਵੀਂ ਕਿਸਮ ਦਾ ਵਿਵਾਦ ਸ਼ੁਰੂ ਹੋ ਗਿਆ? ਦੇਖੋ ਜੀ, ਜਿਹੜਾ ਅਰਵਿੰਦ ਕੇਜਰੀਵਾਲ ਹੈ ਇਹ ਬਹੁਤ ਹੀ ਸ਼ਾਤਰ, ਬਹੁਤ ਹੀ ਵੱਡਾ ਗੱਪੀ ਤੇ ਨਟੰਕੀਬਾਜ਼ ਲੀਡਰ ਹੈ। ਔਰ ਸ਼ੁਰੂ ਤੋਂ ਜਦੋਂ ਰਾਜਨੀਤੀ ਇਹਨੇ ਸ਼ੁਰੂ ਕੀਤੀ ਹੈ ਉਦੋਂ ਦੀਆਂ ਗੱਲਾਂ ਹੋਰ ਸੀ, ਉਸ ਤੋਂ ਬਾਅਦ ਉਹਨੇ ਉਹ ਸਾਰੀਆਂ ਛੱਡਤੀਆਂ। ਸਭ ਤੋਂ ਪਹਿਲਾਂ ਤਾਂ ਇਹਨੇ ਇਹ ਕਿਹਾ ਸੀ ਕਿ ਅਸੀਂ ਧਰਮ ਨਿਰਪੱਖ ਦੇ ਤੌਰ ਤੇ ਕੰਮ ਕਰਾਂਗੇ, ਧਰਮ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ। ਬੜੇ ਜ਼ੋਰ ਸ਼ੋਰ ਦੇ ਨਾਲ ਉਦੋਂ ਇਸ ਗੱਲ ਦਾ ਪ੍ਰਚਾਰ ਕੀਤਾ ਗਿਆ ਸੀ ਕਿ ਧਰਮ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ। ਔਰ ਉਸ ਤੋਂ ਬਾਅਦ ਫਿਰ ਇਹ ਲੋਕਪਾਲ ਦੀ ਗੱਲ ਸੀ, ਉਹਦੇ ਤੋਂ ਮੁੱਕਰ ਗਏ। ਫਿਰ ਉਸ ਤੋਂ ਬਾਅਦ ਇਹਨੇ ਕਿਹਾ ਸੀ ਵੀ ਸਰਕਾਰੀ ਗਨਮੈਨ ਨਹੀਂ ਲੈਣੇ ਚਾਹੀਦੇ ਪੋਲੀਟੀਕਲ ਬੰਦਿਆਂ ਨੂੰ, ਉਸ ਗੱਲ ਤੋਂ ਮੁੱਕਰ ਗਏ। ਹੁਣ ਡਬਲ ਜੈਡ ਸਿਕਿਉਰਿਟੀ ਲਈ ਵੀ ਹੈ। ਔਰ ਜਿਹੜੀ ਗੱਲ ਤੇ ਅੱਜ ਇਹਨਾਂ ਨੇ ਕਹੀ ਹੈ ਕਿ ਦੇਵੀ ਦੇਵਤਿਆਂ ਦੀ ਫੋਟੋ ਜਿਹੜੀ ਸਾਡੀ ਕਰੰਸੀ ਤੇ ਲੱਗਣੀ ਚਾਹੀਦੀ ਹੈ। ਦੇਖੋ, ਜਿਹੜੇ ਦੇਵੀ ਦੇਵਤੇ ਹੈ, ਸਾਡਾ ਜਿਹੜਾ ਦੇਸ਼ ਹੈ ਧਰਮ ਨਿਰਪੱਖ ਦੇਸ਼ ਹੈ, ਔਰ ਜਿਹੜੇ ਦੇਵੀ ਦੇਵਤੇ ਵੀ ਸਾਰਿਆਂ ਦੇ ਸਾਂਝੇ ਹੈ, ਕਿਉਂਕਿ ਸਾਰੇ ਰਲ ਮਿਲ ਕੇ ਰਹਿੰਦੇ ਆ। ਜਦੋਂ ਕਿਤੇ ਕੋਈ ਗੁਰਦੁਆਰਾ ਸਾਹਿਬ ਦੀ ਗੱਲ ਹੁੰਦੀ ਹੈ ਉੱਥੇ ਸਾਰੇ ਹਿੰਦੂ ਭਰਾ ਆਉਂਦੇ ਆ। ਜਦੋਂ ਕੋਈ ਹਿੰਦੂਆਂ ਦੇ ਸਾਰੇ ਤਿਉਹਾਰ ਹੁੰਦੇ ਆ ਉਹ ਸਾਰੇ ਬਾਕੀ ਮੁਸਲਿਮ ਵੀ ਜਾਂਦੇ ਆ, ਉਹਨਾਂ ਦੇ ਵਿੱਚ ਸਿੱਖ ਵੀ ਜਾਂਦੇ ਆ। ਔਰ ਜਿਹੜੇ ਭਾਰਤ ਦੇ ਵਿੱਚ ਜਿੰਨੇ ਧਰਮ ਹੈ, ਜਿਹੜੇ ਉਸ ਤੋਂ ਬਾਅਦ ਉਹਨਾਂ ਦੇ ਸਭ ਆ ਜਾਂਦੇ ਆ, ਜਿਵੇਂ ਮੁਸਲਮਾਨਾਂ ਦੇ ਸ਼ੀਆ ਸੁੰਨੀ ਆ ਗਏ, ਇਸੇ ਤਰ੍ਹਾਂ ਹਿੰਦੂਆਂ ਦੇ ਵਿੱਚ ਵੀ ਬਹੁਤ ਸਾਰੇ ਆ ਗਏ, ਉਹਨਾਂ ਦੀ ਕੋਈ ਗਿਣਤੀ ਨਹੀਂ। ਔਰ ਜੇ ਆਪਾਂ ਇਹ ਗੱਲ ਕਹੀਏ ਕਿ ਅਸੀਂ ਗਣੇਸ਼ ਜੀ ਤੇ ਲక్ష్ਮੀ ਜੀ ਦੀ ਮੂਰਤੀ ਲਾ ਦਈਏ ਕਰੰਸੀ ਤੇ ਕਰੰਸੀ ਦਾ ਫਿਰ ਜਦੋਂ ਕਦੇ ਲੋਕ ਵਿਆਹਾਂ ਦੇ ਵਿੱਚ ਜਿਹੜੇ ਆ ਆਰਕੈਸਟਰਾ ਵਾਲੇ ਹੁੰਦੇ ਆ ਜਾਂ ਗਾਉਣ ਵਾਲੇ ਆ, ਉਹਨਾਂ ਦੇ ਉੱਤੋਂ ਦੀ ਵਾਰ ਕੇ ਨੋਟ ਸਿੱਟਦੇ ਆ ਕਿ ਸਾਡੇ ਦੇਵੀ ਦੇਵਤਿਆਂ ਦਾ ਅਪਮਾਨ ਨਹੀਂ ਹੋਊਗਾ, ਉਹ ਪੈਰਾਂ 'ਚ ਨਹੀਂ ਫਿਰਨਗੇ, ਉਹਨਾਂ ਦੀਆਂ ਫੋਟੋ ਪੈਰਾਂ ਦੇ ਵਿੱਚ ਰੁਲਣਗੀਆਂ, ਸਾਡਾ ਮਨ ਨਹੀਂ ਦੁਖੀ ਹੋਊਗਾ ਇਸ ਗੱਲ ਤੇ। ਜਿਹੜੀ ਜਦੋਂ ਸ਼ਰਾਬ ਪੀਂਦੇ ਲੋਕ ਉੱਥੇ ਟਿਪ ਵੀ ਦਿੰਦੇ ਆ, ਸ਼ਰਾਬ ਵਾਲੇ ਹੱਥ ਵੀ ਲਾਉਂਦੇ ਆ, ਉੱਥੇ ਕੀ ਸਾਡੇ ਦੇਵੀ ਦੇਵਤਿਆਂ ਦਾ ਅਪਮਾਨ ਨਹੀਂ ਹੋਊਗਾ? ਜਦੋਂ ਕੋਈ ਮੀਟ ਵਾਲੀ ਦੁਕਾਨ ਤੇ ਜਾਊਗਾ ਉੱਥੇ ਉਹਨਾਂ ਹੱਥਾਂ ਨਾਲ ਮੀਟ ਫੜੂਗਾ, ਉਹਨਾਂ ਹੱਥਾਂ ਨਾਲ ਪੈਸੇ ਦੇਊਗਾ, ਕਿ ਉਹਦੇ ਨਾਲ ਸਾਡੀ ਦੇਵੀ ਦੇਵਤਿਆਂ ਦਾ ਅਪਮਾਨ ਨਹੀਂ ਹੋਊਗਾ? ਇਹ ਤਾਂ ਬਹੁਤ ਮਾੜੀ ਗੱਲ ਆ। ਦੇਖੋ ਤੁਸੀਂ, ਇਹ ਇੰਨੀ ਘਟੀਆ ਗੱਲ ਜਿਹੜੀ ਕੇਜਰੀਵਾਲ ਨੇ ਕਹੀ ਹੈ ਨਾ, ਇਹ ਗੱਲ ਕਰਨੀ ਹੀ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਸ਼ਰਮਨਾਕ ਹੈ। ਪਰ ਕਿਉਂਕਿ ਇਹਨਾਂ ਨੇ ਸਾਰੀਆਂ ਸ਼ਰਮਾਂ ਲਾ ਕੇ ਰੱਖੀਆਂ ਹੋਈਆਂ, ਸ਼ਰਮ ਤਾਂ ਇਹਨਾਂ ਨੂੰ ਹੈ ਹੀ ਨਹੀਂ। ਇਹਨਾਂ ਨੇ ਤਾਂ ਜਿੰਨੀਆਂ ਤੁਹਾਨੂੰ ਜਿਹੜੀ ਮੈਂ ਗੱਲ ਕਹੀ ਹੈ, ਇਹ ਕਹਿੰਦੇ ਸੀ ਅਸੀਂ
ਕੋਠੀ ਨਹੀਂ ਲਵਾਂਗੇ ਸਰਕਾਰੀ। ਉਹਨੇ ਚਲੋ। ਸਰਕਾਰੀ ਕੋਠੀ ਦੀ ਰੈਨੋਵੇਸ਼ਨ ਤੇ 200 ਕਰੋੜ ਰੁਪਇਆ ਲਵਾਤਾ ਇਹਨੇ ਆਪਣੀ। ਆਪਾਂ ਕਰੰਸੀ ਫਿਰ ਨੋਟਾਂ ਇਹਨੇ ਦੇ ਕਿਹਾ ਮੁੱਦੇ ਸੀਗਾ ਤੇ ਵੀ ਅਸੀਂ ਜਵਾਬ ਲੈ ਲਈਏ ਸਿੱਖਾਂਵਾਲਾ ਜੀ, ਆਪਾਂ ਇਸੇ ਮੈਂ ਮੁੱਦੇ ਕਰੰਸੀ ਤੇ ਨੋਟਾਂ ਜਵਾਬ ਦੀ ਲੈ ਗੱਲ, ਲਈਏ। ਅੱਛਾ ਦੂਸਰੀ ਗੱਲ ਇੱਕ ਹੋਰ ਮੈਂ ਪੁੱਛਣੀ ਚਾਹੁੰਦਾ, ਇਹਨਾਂ ਨੂੰ ਇਹ ਵੀ ਗੱਲ ਪੁੱਛੋ ਕਿ ਜਦੋਂ ਅਸੀਂ ਜਿਹੜਾ ਇਹਨਾਂ ਨੇ ਸੁਝਾਅ ਦਿੱਤਾ, ਕੀ ਫਿਰ ਨਵੇਂ ਸਿਰੋਂ ਨੋਟਬੰਦੀ ਹੋਊਗੀ? ਸਾਰੇ ਨੋਟ ਚਲੋ ਆ ਜਿਹੜੇ ਆਪਾਂ ਪੁੱਛ ਪੁਰਾਣੇ ਲੈਂਦੇ ਹਾਂ, ਆਪਾਂ ਉਹਨਾਂ ਜਵਾਬ ਨੂੰ ਲੈ ਕੱਢ ਲੈਂਦੇ ਕੇ ਹਾਂ ਰੱਖਾਂਗੇ। ਜੀ। ਫਿਰ ਪੰਜਾਬ ਦੇ ਵਿੱਚ ਤਾਂ ਇਹਨਾਂ ਨੇ ਸ਼ਹੀਦ ਭਗਤ ਸਿੰਘ ਦੀ ਗੱਲ ਕੀਤੀ ਸੀ। ਪੰਜਾਬ ਦੇ ਵਿੱਚ ਕਹਿੰਦੇ ਸ਼ਹੀਦ ਭਗਤ ਸਿੰਘ ਸਾਡਾ ਆਦਰਸ਼ ਹੈ, ਫਿਰ ਕਹਿੰਦੇ BR ਅੰਬੇਦਕਰ ਸਾਡਾ ਆਦਰਸ਼ ਹੈ। ਉੱਥੇ ਤਾਂ ਪੰਜਾਬ 'ਚ ਤਾਂ ਸਾਰੇ ਪਿੱਛੋਂ ਜਿੱਥੇ ਜਿੱਥੇ ਇਹਨਾਂ ਦੀ ਸਰਕਾਰ ਹੈ ਉੱਥੋਂ ਗਾਂਧੀ ਦੀ ਫੋਟੋ ਇਹਨਾਂ ਨੇ ਪਿੱਛੋਂ ਲਾਤੀ, ਮਹਾਤਮਾ ਗਾਂਧੀ ਦੀ। ਉਹ ਕਹਿੰਦੇ ਸੀ ਮਹਾਤਮਾ ਗਾਂਧੀ ਦੀ ਫੋਟੋ ਲਾਉਣੀ ਨਹੀਂ। ਉਹ ਦੇਖ ਲਓ ਹੁਣ ਵੀ ਫੋਟੋ ਆ ਰਹੀ ਹੈ ਕੇਜਰੀਵਾਲ ਦੀ। ਜੀ ਜਸਵਿੰਦਰ ਜੀ, ਤੁਹਾਡਾ ਵੀ ਪੁਆਇੰਟ ਆ ਗਿਆ, ਆਪਾਂ ਜਵਾਬ ਲੈ ਲਈਏ। ਗਾਂਧੀ ਜੀ ਥੈਂਕ ਇਸ ਯੂ ਕਰਕੇ ਕਹਿੰਦੇ ਨੋਟਾਂ ਤੇ ਗਾਂਧੀ ਦੀ ਵੀ ਰਵੇ ਫੋਟੋ ਤੇ ਨਾਲ ਉਹ ਵੀ ਲੱਗੇ ਦੂਸਰੀ ਲక్ష్ਮੀ ਦੀ ਤੇ ਗਣੇਸ਼ ਦੀ ਵੀ। ਜੀ ਇਹ ਜੀ ਲਟੱਕੀਬਾਜ਼ੀ ਆ ਕੱਲੀ, ਹੋਰ ਕੁਝ ਨਹੀਂ। ਜੀ ਸ਼ਸ਼ੀਵੀਰ ਜੀ, ਜਵਾਬ ਤੁਹਾਡਾ ਬਣਦਾ, ਪਰ ਸਮੇਂ ਦਾ ਲਿਹਾਜ਼ ਕਿਉਂਕਿ ਅਸੀਂ ਬਾਕੀ ਮਹਿਮਾਨਾਂ ਤੋਂ ਵੀ ਮੈਂ ਇਸੇ ਮੁੱਦੇ ਤੇ ਜ਼ਰੂਰ ਜਿਹੜਾ ਸਵਾਲ ਲੈਣਾ ਚਾਹਾਂਗਾ। ਸ਼ਸ਼ੀਵੀਰ ਜੀ ਜੀ, ਕਾਂਗਰਸ ਜਿਸ ਤਰੀਕੇ ਨਾਲ ਸਿਰਫ ਪੁਆਇੰਟਸ ਲਾ ਕੇ ਡਿਬੇਟ ਦੇ ਗੱਲ ਕਰ ਰਹੀ ਹੈ, ਮੇਰੇ ਹਿਸਾਬ ਨਾਲ ਪੂਰੀ ਇਹਨਾਂ ਨੇ ਸਪੀਚ ਇਹਨਾਂ ਨੇ ਵੀ ਨਹੀਂ ਸੁਣੀ। ਸਪੀਚ ਜਦੋਂ ਸਟਾਰਟ ਹੁੰਦੀ ਹੈ, ਸਪੀਚ ਦੇਸ਼ ਨੂੰ ਵਿਕਸਿਤ ਦੇਸ਼ ਬਣਾਉਣ ਦੀ ਗੱਲ ਕੀਤੀ ਜਾਂਦੀ ਹੈ ਕਿ ਕਿਸ ਤਰ੍ਹਾਂ ਆਪਾਂ ਦੇਸ਼ ਨੂੰ ਡਿਵੈਲਪਡ ਕੰਟਰੀਆਂ ਵੱਲ ਖਿੱਚ ਕੇ ਲੈ ਕੇ ਜਾ ਸਕਦੇ ਹਾਂ। ਉਹਨਾਂ ਨੇ ਸਟਾਰਟਿੰਗ 'ਚ ਇਹ ਗੱਲ ਰੱਖੀ ਕਿ ਚੰਗੇ ਹਸਪਤਾਲ ਬਣਨਗੇ, ਚੰਗੇ ਸਕੂਲ ਬਣਨਗੇ। ਉਸ ਤੋਂ ਬਾਅਦ ਉਹਨਾਂ ਨੇ ਆਪ ਦਾ ਸੁਝਾਅ ਦਿੱਤਾ, ਇਹਨਾਂ ਦਾ ਆਪ ਦੀ ਰਾਏ ਹੋ ਸਕਦੀ ਹੈ, ਅਰਵਿੰਦ ਕੇਜਰੀਵਾਲ ਜੀ ਦੀ ਆਪ ਦੀ ਰਾਏ ਹੈਗੀ ਹੈ। ਸੋ ਕਿਸੇ ਨਾ ਕਿਸੇ ਤਰੀਕੇ, ਜਿਸ ਤਰੀਕੇ ਸਿਰਫ ਹਰ ਗੱਲ ਅਰਵਿੰਦ ਕੇਜਰੀਵਾਲ ਜੀ ਦੀ ਗੱਲ ਨੂੰ ਸਿਰਫ ਇਹਨਾਂ ਨੇ ਕੰਟਰੋਵਰਸੀ ਕ੍ਰੀਏਟ ਕਰਨੀ ਆ, ਉਸ ਗੱਲ ਦੇ ਉੱਤੇ ਸਿਰਫ ਅਪੋਜ਼ ਕਰਨਾ ਹੈ, ਸਿਰਫ ਉਹਨਾਂ ਦਾ ਅਪੋਜ਼ ਦਿਖਦਾ ਪਿਆ, ਕੋਈ ਤਰਕ ਦੇ ਆਧਾਰ ਤੇ ਕੋਈ ਗੱਲ ਨਹੀਂ ਕਰ ਰਹੇ। ਇਹਨਾਂ ਨੇ ਗੱਲ ਕੀ ਹੈ ਕਿ ਮੀਟ ਦੀ ਦੁਕਾਨ ਦੇ ਉੱਤੇ ਜਾਂਦੇ ਹੋ ਤੁਸੀਂ, ਉੱਥੇ ਨੋਟ ਦਿੰਦੇ ਹੋ। ਕੀ ਮੀਟ ਦੀ ਦੁਕਾਨ ਦੇ ਉੱਤੇ ਉੱਥੇ ਭਗਵਾਨ ਦੀ, ਗੁਰੂ ਮਹਾਰਾਜ ਦੀ, ਪੀਰਾਂ ਦੀ ਫੋਟੋ ਨਹੀਂ ਲੱਗੀ ਹੁੰਦੀ ਉੱਥੇ ਜਾ ਕੇ? ਕੀ ਉਹ ਵਿਵਸਾਏ ਨਹੀਂ ਹੈਗਾ? ਸੋ ਇਹੋ ਜਿਹਾ ਤਰਕ ਦੇਣਾ ਬਿਲਕੁਲ ਸਹੀ ਨਹੀਂ ਹੈ। ਤਰਕ ਦੇਣਾ ਬਿਲਕੁਲ ਤਰਕ ਦੇ ਨਾਲ ਗੱਲ ਕਰੋ। ਅਗਰ ਹਰ ਧਰਮ ਦੇ ਉੱਤੇ, ਇੰਡੋਨੇਸ਼ੀਆ ਦੇ ਵਿੱਚ ਵੀ ਤੁਸੀਂ ਦੇਖੋ ਕਿ ਉੱਥੇ ਫੋਟੋਗ੍ਰਾਫ ਲੱਗੀ ਹੈ ਆਪਣੀ ਗਣਪਤੀ ਜੀ ਦੀ, ਕੀ ਉੱਥੇ ਉਹ ਤਰਕ ਨਹੀਂ ਚੱਲ ਰਿਹਾ? ਸੋ ਇਹੋ ਜਿਹਾ ਤਰਕ ਜਿਹੜਾ ਤੁਸੀਂ ਅਪੋਜ਼ ਕਰਨਾ ਤੁਸੀਂ ਅਪੋਜ਼ ਕਰੋ, ਪਰ ਕਿਸੇ ਫੈਕਟ ਦੇ ਜਾਂ ਤਰਕ ਦੇ ਆਧਾਰ ਤੇ ਗੱਲ ਕਰੋ ਜੀ। ਠੀਕ ਹੈ ਸ਼ਸ਼ੀਵੀਰ ਜੀ, ਦੇਵੀ ਦੇਵਤਿਆਂ ਦੀ ਫੋਟੋ ਜੇ ਲੋਕਾਂ ਦੇ ਪੈਰਾਂ ਦੇ ਵਿੱਚ ਰੁਲੂਗੀ ਉਹ ਠੀਕ ਹੈ। ਨੋਟ ਪੈਰਾਂ 'ਚ ਰੁਲਨੇ ਬਿਲਕੁਲ ਗਲਤ ਨੇ। ਨੋਟ ਜਿਹੜੇ ਉਠਾ ਕੇ ਸੁੱਟਦੇ ਨੇ ਉਹ ਵੀ ਗਲਤ ਨੇ। ਅਗਰ ਈਵਨ ਨੋਟ ਤੇ ਨਹੀਂ ਵੀ ਫੋਟੋ ਲੱਗੀ, ਉਹ ਵੀ ਥੱਲੇ ਪੈਰਾਂ 'ਚ ਗਿਰਨ, ਉਹ ਵੀ ਗਲਤ ਨੇ। ਉਹ ਆਪਦੇ ਸਿਸਟਮ ਨੂੰ ਚੇਂਜ ਕਰਨਾ ਪਊਗਾ। ਦਿੱਲੀ ਦੇ ਵਿੱਚ ਬੈਨ ਕੀਤਾ ਹੋਇਆ, ਦਿੱਲੀ 'ਚ ਤੁਹਾਡੀ ਸਰਕਾਰ ਹੈ, ਪੰਜਾਬ 'ਚ ਤੁਹਾਡੀ ਸਰਕਾਰ ਨੂੰ ਵੀ ਕਿਸੇ ਨੂੰ ਨੋਟ ਪੈਰਾਂ 'ਚ ਰੋਲਣ ਨਹੀਂ ਦੇਣੇ। ਸਰ ਇਹੋ ਜਿਹੀ ਪੈਰਾਂ ਦੇ ਰੋਲਣ ਵਾਲੀ ਇਹੋ ਜਿਹੀ ਪਾਲਿਸੀ ਨਹੀਂ ਬਣਦੀ ਹੈ। ਲੋਕਾਂ ਦੀ ਮੋਰਲ ਡਿਊਟੀ ਬਣਦੀ ਹੈ। ਕਾਂਗਰਸ ਇਹੋ ਜਿਹੇ ਸਵਾਲ, ਇਹੋ ਜਿਹੀ ਜਿਹੜੇ ਲਾਅ ਲੱਭਦੀ ਪਈ ਹੈ, ਕਾਂਗਰਸ ਨੂੰ ਆਪਦੇ ਦੇਖਣੇ ਚਾਹੀਦੇ। ਕਿੰਨੇ ਲਾਅ ਤੁਸੀਂ ਪਾਸ ਕੀਤੇ ਆ, ਇਹੋ ਜਿਹੇ ਲਾਅ ਤੁਸੀਂ ਲੈ ਕੇ ਆ ਰਹੇ ਹੋ। ਸੋ ਗੱਲ ਕਰਨੀ ਸਰ ਤੇ ਕਰੋ। ਕਾਂਗਰਸ ਦੀ ਜਦੋਂ ਸਰਕਾਰ ਰਹੀ ਸੀ, ਕਾਂਗਰਸ ਦੀ ਜਦੋਂ ਸਰਕਾਰ ਰਹੀ ਉਦੋਂ ਕਿਹੋ ਜਿਹੇ ਲਾਅ ਆਏ ਸੀਗੇ? ਦੇ ਆਧਾਰ ਤੇ ਸਿਆਸਤ ਕੀਤੀ ਨਹੀਂ ਅਸੀਂ, ਤਾਂ ਧਰਮ ਦੇ ਆਧਾਰ ਤੇ ਸਿਆਸਤ ਕਦੇ ਕੀਤੀ ਨਹੀਂ। ਜਿੰਨੇ ਸਰ ਅਸੀਂ ਧਰਮ ਦੇ ਨਾਮ ਦੇ ਉੱਤੇ ਅਸੀਂ ਕੋਈ ਸਟੇਟਮੈਂਟ ਮੈਂ ਧਰਮ ਦੇ ਨਾਮ ਤੇ ਨਹੀਂ ਦੇਣਾ ਚਾਹੁੰਦਾ। ਇਫੈਕਟ ਦੀ ਗੱਲ ਕਰਦੇ ਪਏ ਆ। ਸਾਡੇ ਨਾਲ ਸਕੂਲ ਦੀ ਗੱਲ ਕਰ ਲਓ, ਹਸਪਤਾਲਾਂ ਦੀ ਗੱਲ ਕਰ ਲਓ, ਸਾਡੇ ਨਾਲ ਸਕੂਲ ਦੀ ਗੱਲ ਕਰ ਲਓ, ਹਸਪਤਾਲਾਂ ਦੀ ਗੱਲ ਕਰ ਲਓ, ਚੰਗੇ ਸਿਸਟਮ ਦੀ ਗੱਲ ਕਰ ਲਓ। ਮੈਂ ਉਹੀ ਗੱਲ ਕਹਿ ਰਿਹਾ ਕਿ ਅਰਵਿੰਦ ਕੇਜਰੀਵਾਲ ਜੀ ਨੇ ਜੋ ਸਪੀਚ ਸਟਾਰਟ ਕੀਤੀ ਹੈ, ਸਪੀਚ ਸਟਾਰਟ ਕਰਨ ਤੋਂ ਪਹਿਲਾਂ ਉਹਨਾਂ ਨੇ ਚੰਗੇ ਹਸਪਤਾਲ, ਸਕੂਲਾਂ ਦੀ ਗੱਲ ਕੀਤੀ ਹੈ, ਇੱਕ ਵਿਕਸਿਤ, ਇੱਕ ਡਿਵੈਲਪਡ ਕੰਟਰੀ ਦੀ ਨੀਂਹ ਦੀ ਗੱਲ ਕੀਤੀ ਹੈ। ਜੀ ਤੁਹਾਡਾ ਵੀ ਆ ਗਿਆ, ਸਿਰਫ ਇੱਕ ਮੁੱਦਾ ਡਰਾਈਵ ਕਰਨਾ ਚਾਹੁੰਦਾ ਸੋਸਾਇਟੀ ਦੇ ਵਿੱਚ, ਉਹ ਵੀ ਮਨਸ਼ਾ ਉਹ ਵੀ ਸਾਰੇ ਸਾਹਮਣੇ ਕਿ ਜੋ ਮਨਸ਼ਾ ਤੁਸੀਂ ਦੱਸੋ। ਫਿਰ ਆਵਾਂਗੇ ਇਸ ਮੁੱਦੇ ਤੇ ਮੈਂ ਤੁਹਾਡੇ ਵੱਲ ਮੈਂ ਇਸ ਮੁੱਦੇ ਤੇ ਫਿਰ ਆਵਾਂਗਾ। ਦੋਨੇ ਮਹਿਮਾਨਾਂ ਵੱਲ ਮੇਰੀ ਬੇਨਤੀ ਹੈ, ਦੋਨੇ ਮਹਿਮਾਨਾਂ ਨੂੰ ਬਾਕੀ ਮੁੱਦਾ ਨੰਬਰ ਤੇ ਆ ਰਹੀ ਹੈ। ਸਿੱਖਮਵਾਲਾ ਜੀ, ਮੈਂ ਫਿਰ ਆਉਣਾ ਇਸ ਮੁੱਦੇ ਤੇ। ਸਕੂਲ ਐਜੂਕੇਸ਼ਨ ਹੈ ਜੀ ਸ਼ਸ਼ੀਵੀਰ ਜੀ, ਮੈਂ ਲੈਣਾ ਸਵਾਲ ਜਵਾਬ ਜਿਹੜਾ ਹੈਗਾ। ਪਹਿਲਾਂ ਆਪਾਂ ਕਾਫੀ ਦੇਰ ਦੇ ਇੰਤਜ਼ਾਰ ਕਰ ਰਹੇ ਅਕਾਲੀ ਦਲ ਦੇ ਸਪੋਕਸ ਪਰਸਨ ਨੇ, ਸਤਿਕਾਰਯੋਗ ਮਠਾੜੂ ਸਾਹਿਬ। ਜਿਸ ਮੁੱਦੇ ਤੇ ਆਪਾਂ ਗੱਲ ਕਰ ਰਹੇ ਹਾਂ, ਮੁੱਦਾ ਇੱਕੋ ਹੀ ਹੈ। ਕਰੰਸੀ ਨੋਟਾਂ ਤੇ ਜਿਹੜੀ ਕਿ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਲਾਉਣ ਨੂੰ ਲੈ ਕੇ ਰਾਏ ਵੱਖਰੀ ਹੈ, ਪਰ ਇੱਕ ਜਿਹੜਾ ਵਿਰੋਧੀ ਧਿਰਾਂ ਵੱਲੋਂ ਸਾਂਝੇ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਗੁਜਰਾਤ ਤੇ ਹਿਮਾਚਲ ਦੀਆਂ ਚੋਣਾਂ ਦੇ ਮੱਦੇਨਜ਼ਰ ਹਿੰਦੂ ਪੱਤਾ ਖੇਡਿਆ ਗਿਆ। ਸਿੱਧੂ ਸਾਹਿਬ, ਸਭ ਤੋਂ ਪਹਿਲਾਂ ਤਾਂ ਅੱਜ ਬੜਾ ਮਹੱਤਵਪੂਰਨ ਦਿਨ ਹੈ। ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਜਿਹੜਾ ਗੁਰਗੱਦੀ ਦਿਵਸ ਹੈ, ਸਭ ਤੋਂ ਪਹਿਲਾਂ ਤਾਂ ਸਾਰੀ ਸੰਗਤ ਨੂੰ ਔਰ ਸਾਡੇ ਸਾਰੇ ਬੁਲਾਰਿਆਂ ਨੂੰ, ਤੁਹਾਨੂੰ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੈ ਉਸਦੀ। ਜੀ ਹੁਣ ਗੱਲ ਕਰਦੇ ਆ ਮੁੱਦੇ ਦੀ। ਜਿਹੜਾ ਆਪਣਾ ਦੇਸ਼ ਹੈ, ਜਿਸ ਤਰ੍ਹਾਂ ਜੇ ਮੈਂ ਜਸਵਿੰਦਰ ਜੀਆਂ ਨੂੰ ਸੁਣ ਰਿਹਾ ਸੀ, ਉਹਨਾਂ ਦੀ ਗੱਲ ਬਹੁਤ ਹੱਦ ਤੱਕ ਠੀਕ ਹੈ। ਉਹਨਾਂ ਦੀ ਗੱਲ ਹੈ, ਆਪਣਾ ਦੇਸ਼ ਹੈ ਨਾ ਜਿਹੜਾ ਸਿੱਧੂ ਸਾਹਿਬ, ਆਪਣਾ ਦੇਸ਼ ਧਰਮ ਨਿਰਪੱਖ ਦੇਸ਼ ਹੈ ਔਰ ਬੜੇ ਧਰਮਾਂ ਦੀ ਜਿਹੜੀ ਫੁੱਲਾਂ ਦੇ ਨਾਲ ਇੱਕ ਫੁਲਵਾੜੀ ਆਪਣੇ ਦੇਸ਼ ਦੀ ਬਣੀ ਹੋਈ ਆ। ਔਰ ਹਰ ਇੱਕ ਧਰਮ ਦੀ, ਹਰ ਇੱਕ ਚਾਹੇ ਕੋਈ ਦੇਵੀ ਦੇਵਤੇ ਹੈ, ਆਪਣੇ ਪਤਾ ਨਹੀਂ ਕਿੰਨੇ ਕੁ ਦੇਵੀ ਦੇਵਤੇ ਹੈ,
ਬੜੀ ਬਹੁ ਗਿਣਤੀ ਦੇ ਵਿੱਚ ਦੇਵੀ ਦੇਵਤੇ ਹੈ, ਚਾਹੇ ਕੋਈ ਗੁਰੂ ਸਾਹਿਬਾਨ ਨੇ, ਚਾਹੇ ਕੋਈ ਪੀਰ ਪੈਗੰਬਰ ਨੇ, ਚਾਹੇ ਕੋਈ ਕਿਸੇ ਦਾ ਈਸ਼ਟ ਹੈ, ਹਰ ਕਿਸੇ ਦਾ ਆਪੋ ਆਪਣੇ ਜਿਹੜਾ ਹੈਗਾ ਈਸ਼ਟ ਦੇ ਵਿੱਚ, ਆਪਣੇ ਗੁਰੂ ਸਾਹਿਬਾਨਾਂ ਦੇ ਵਿੱਚ, ਆਪਣੇ ਦੇਵੀ ਦੇਵਤਿਆਂ ਦੇ ਵਿੱਚ ਪੂਰਾ ਪੂਰਨ ਵਿਸ਼ਵਾਸ ਹੁੰਦਾ। ਚਲੋ ਬਾਕੀਆਂ ਨੂੰ ਛੱਡ ਵੀ ਦਈਏ, ਆਪਾਂ ਅਗਰ ਇਕੱਲੇ ਹਿੰਦੂ ਧਰਮ ਸਾਡੇ ਹਿੰਦੂ ਵੀਰਾਂ ਦੀ ਗੱਲ ਹੀ ਕਰ ਲਈਏ, ਉਹਨਾਂ ਦੇ ਵਿੱਚ ਵੀ ਬੜਾ ਲੋਕਾਂ ਦਾ ਕਿਸੇ ਦਾ ਭੋਲੇ ਸ਼ੰਕਰ ਜੀਆਂ ਦੇ ਵਿੱਚ ਵਿਸ਼ਵਾਸ ਆ, ਉਹਦੀ ਪੂਜਾ ਕਰਦੇ ਆ, ਕੋਈ ਨੈਣਾ ਦੇਵੀ ਮਾਂ ਦੀ ਪੂਜਾ ਕਰਦੇ ਆ, ਕੋਈ ਵੈਸ਼ਨੋ ਦੇਵੀ ਦੀ ਪੂਜਾ ਕਰਦੇ ਆ, ਅਲੱਗ ਅਲੱਗ ਸ਼੍ਰੀ ਰਾਮਚੰਦਰ ਦੀ ਪੂਜਾ ਕਰਦੇ ਆ, ਕੋਈ ਗਣੇਸ਼ ਜੀ ਦੀ ਪੂਜਾ, ਅਲੱਗ ਅਲੱਗ ਹਰ ਇੱਕ ਦੀ ਆਸਥਾ ਜਿਹੜੀ ਹੈਗੀ ਆ ਆਪੋ ਆਪਣੇ ਹਿਸਾਬ ਨਾਲ ਬਣੀ ਹੋਈ ਆ। ਜਿਹੜਾ ਅਰਵਿੰਦ ਕੇਜਰੀਵਾਲ ਜੀ ਦਾ ਇਹ ਬਿਆਨ ਹੈ, ਦੇਖੋ ਮੈਂ ਇਸ ਨੂੰ ਬਿਆਨ ਨੂੰ ਬੜਾ ਹਾਸੋਹੀਣ ਤੇ ਬੜਾ ਸ਼ਰਮਨਾਕ ਕਹੂੰਗਾ, ਕਿਉਂਕਿ ਉਹਨਾਂ ਨੇ ਦੂਸਰੇ ਧਰਮਾਂ ਨੂੰ ਅਗਰ ਆਪਾਂ ਇੱਕ ਪਾਸੇ ਛੱਡ ਦਈਏ, ਦੂਸਰੇ ਜਿਹੜੇ ਲੋਕ ਹੈਗੇ ਉਹਨਾਂ ਨੂੰ ਛੱਡ ਦਈਏ, ਸਾਡੇ ਜਿਹੜੇ ਹਿੰਦੂ ਵੀਰ ਹੈ ਉਹਨਾਂ ਦੇ ਵਿੱਚ ਵੀ ਬੜੀ ਇਹਨਾਂ ਨੇ ਸ਼ੰਕਾ ਪੈਦਾ ਕਰ ਦਿੱਤੀ ਹੈ। ਉਹ ਬੜੇ ਸੋਚਣ ਤੇ ਮਜਬੂਰ ਹੋਏ ਪਿਆ ਕਿ ਮਹਾਤਮਾ ਗਾਂਧੀ, ਉਹਨਾਂ ਨੇ ਕਿਹਾ ਮਹਾਤਮਾ ਗਾਂਧੀ ਦੀ ਫੋਟੋ ਤੇ ਰਹਿਣੀ ਚਾਹੀਦੀ ਹੈ, ਪਰ ਉਹਨਾਂ ਦੇ ਨਾਲ ਜਿਹੜੀ ਦੂਸਰੇ ਪਾਸੇ ਫੋਟੋ ਦੀ ਗੱਲ ਕੀਤੀ ਸ਼੍ਰੀ ਗਣੇਸ਼ ਜੀ ਦੀਆਂ ਲਾਈਏ। ਹੁਣ ਦਸਤੀ ਇਹ ਬਣੀ ਹੋਈ ਹੈ ਸਾਰੇ ਹਿੰਦੂ ਵੀਰਾਂ ਦੇ ਵਿੱਚ ਵੀ, ਸਾਡੇ ਵਿੱਚ ਵੀ, ਅਸੀਂ ਵੀ ਦੇਵਤਿਆਂ ਦਾ ਸਤਿਕਾਰ ਕਰਦੇ ਹਾਂ, ਸਾਰੇ ਗੁਰੂ ਸਾਹਿਬਾਨਾਂ ਦਾ ਈਸ਼ਟ ਹਰ ਇੱਕ ਦੇ ਧਰਮ ਦਾ ਅਸੀਂ ਸਤਿਕਾਰ ਕਰਦੇ ਹਾਂ, ਗੁਰੂਆਂ ਦੇ ਫਲਸਫੇ ਤੇ ਚੱਲਣ ਵਾਲੇ ਲੋਕ, ਪਰੰਤੂ ਉਹ ਇੱਕ ਦੁਵਿਧਾ ਦੇ ਵਿੱਚ ਆ ਕਿ ਕਿਸ ਦੇਵੀ ਦੇਵਤੇ ਦੀ ਪੋਸਟ ਜਿਹੜੀ ਹੈਗੀ ਹੈ, ਫੋਟੋ ਜਿਹੜੀ ਹੈਗੀ ਹੈ ਨੋਟ ਦੇ ਉੱਪਰ ਭਗਵਾਨ ਸ਼੍ਰੀ ਸ਼ੰਕਰ ਦੀ ਲਗਾਉਣੀ ਚਾਹੀਦੀ ਹੈ, ਸ਼੍ਰੀ ਰਾਮਚੰਦਰ ਦੀ ਲਗਾਉਣੀ ਚਾਹੀਦੀ ਹੈ, ਮਾਤਾ ਵੈਸ਼ਨੋ ਦੇਵੀ ਦੀ ਲਗਾਉਣੀ ਚਾਹੀਦੀ ਹੈ, ਮਾਤਾ ਕਾਲੀ ਮਾਤਾ ਦੀ ਲਾਉਣੀ ਚਾਹੀਦੀ ਹੈ। ਇਹਨਾਂ ਨੇ ਇੱਕ ਇਹੋ ਜਿਹੀ ਵਿੱਚ ਵੰਡ ਪਾਉਣ ਵਾਲੀ, ਧਰਮ ਦੇ ਵਿੱਚ ਹੀ ਵੰਡ ਪਾਉਣ ਵਾਲੀ ਇੱਕ ਸਟੇਟਮੈਂਟ ਦਿੱਤੀ ਹੈ ਜਿਹੜੀ ਬੜੀ ਨਿੰਦਣਯੋਗ ਹੈ। ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ। ਮੈਂ ਦੂਸਰੀ ਗੱਲ ਕਰੂੰਗਾ ਅਰਵਿੰਦ ਕੇਜਰੀਵਾਲ ਦੀ। ਇਹ ਉਹੀ ਅਰਵਿੰਦ ਕੇਜਰੀਵਾਲ ਨੇ ਜਿਹੜੇ ਗੱਲ ਕਰਿਆ ਕਰਦੇ ਸੀ ਕਿ ਅਸੀਂ ਗੱਲ ਕਰਦੇ ਹਾਂ ਐਜੂਕੇਸ਼ਨ ਦੀ, ਅਸੀਂ ਗੱਲ ਕਰਦੇ ਹਾਂ ਹੈਲਥ ਦੀ, ਔਰ ਇਹਨਾਂ ਨੇ ਸ਼੍ਰੀ ਰਾਮ ਮੰਦਿਰ ਦਾ ਜਦੋਂ ਨਿਰਮਾਣ ਹੋਇਆ ਸੀ, ਇਹਨਾਂ ਨੇ ਉਦੋਂ ਸਟੇਟਮੈਂਟ ਦਿੱਤੀ ਸੀ, ਕਿਹਾ ਸੀ ਕਿ ਉਹ ਮੰਦਿਰ ਦੀ ਜਗ੍ਹਾ ਤੇ ਹਸਪਤਾਲ ਬਣਨੇ ਚਾਹੀਦੇ ਆ। ਫਿਰ ਹੁਣ ਇਹਨਾਂ ਨੂੰ ਚਾਹੀਦਾ ਤਾਂ ਇਹ ਸੀ ਕਿ ਭਾਈ ਜਿਹੜੇ ਨੋਟਾਂ ਦੇ ਉੱਪਰ, ਕਰੰਸੀ ਦੇ ਉੱਪਰ ਫੋਟੋਆਂ ਲਗਾਉਣੀਆਂ ਤੁਸੀਂ ਹਸਪਤਾਲਾਂ ਦੀਆਂ ਤੇ ਸਕੂਲ ਕਾਲਜਾਂ ਦੀਆਂ ਲਗਾ ਦਿਓ। ਫਿਰ ਹੁਣ ਇਹ ਧਰਮ ਦੀ ਰਾਜਨੀਤੀ ਕਿੱਥੋਂ ਆ ਗਈ? ਇਹ ਤਾਂ ਕਹਿੰਦੇ ਸੀ ਅਸੀਂ ਧਰਮ ਦੀ ਰਾਜਨੀਤੀ ਨਹੀਂ ਕਰਦੇ। ਬਿਲਕੁਲ ਤੁਹਾਡਾ ਸਵਾਲ ਆ ਗਿਆ। ਬੜਾ ਨਿੰਦਣਯੋਗ ਸਾਰੇ ਦੇਵੀ ਦੇਵਤੇ ਸਤਿਕਾਰਯੋਗ ਆ, ਸਾਰਿਆਂ ਦਾ ਸਤਿਕਾਰ ਕਰਦੇ ਆ, ਬੜੇ ਨਿੰਦਣਯੋਗ ਇਹ ਸ਼ਬਦ ਹੈ, ਇਹਨਾਂ ਨੂੰ ਵਾਪਸ ਲੈਣਾ ਚਾਹੀਦਾ, ਮਾਫੀ ਮੰਗਣੀ ਚਾਹੀਦੀ ਹੈ ਸਾਰੇ ਧਰਮਾਂ ਦੇ ਲੋਕਾਂ ਤੋਂ, ਸਾਰੇ ਪਬਲਿਕ ਤੋਂ ਮਾਫੀ ਮੰਗਣੀ ਚਾਹੀਦੀ ਹੈ ਇਹਨਾਂ ਨੂੰ। ਜੀ ਸ਼ਸ਼ੀਵੀਰ ਜੀ, ਅਕਾਲੀ ਦਲ ਦਾ ਕਹਿਣਾ ਕਿ ਮਾਫੀ ਮੰਗਣੀ ਚਾਹੀਦੀ ਹੈ ਇਸ ਮੁੱਦੇ ਤੇ, ਜਿਸ ਤਰੀਕੇ ਦੇ ਨਾਲ ਵੰਡੀਆਂ ਪਾਈਆਂ ਗਈਆਂ। ਉਹ ਕਹਿੰਦੇ ਬਾਕੀ ਧਰਮਾਂ ਦੀ ਗੱਲ ਛੱਡੋ, ਇਹਦੇ ਨਾਲ ਹਿੰਦੂ ਧਰਮ ਦੇ ਵਿੱਚ ਵੀ ਵੱਖਰੇ ਵਖਰੇਵੇਂ ਖੜੇ ਹੋ ਰਹੇ। ਆਪਾਂ ਤਾਂ ਕਹਿੰਦੇ ਵਿਕਾਸ ਦੀ ਗੱਲ ਕਰਦੇ ਸੀ, ਸਕੂਲਾਂ ਤੇ ਹਸਪਤਾਲਾਂ ਦੀ, ਤੇ ਕਿਸ ਪਾਸੇ ਵੱਲ ਨੂੰ ਤੋਰ ਰਹੇ ਆਪਾਂ ਸਮਾਜ ਨੂੰ ਤੇ ਮੁਲਕ ਨੂੰ? ਸ਼ਸ਼ੀਵੀਰ ਜੀ। ਜੀ ਮੇਰੇ ਹਿਸਾਬ ਨਾਲ ਸਰ ਅਕਾਲੀ ਦਲ ਨੂੰ ਮਾਫੀ ਮੰਗਣੀ ਚਾਹੀਦੀ। ਜਿਸ ਤਰੀਕੇ ਅਕਾਲੀ ਦਲ ਨੇ ਸ਼ੁਰੂਆਤ ਕੀਤੀ ਹੈ ਗੱਲ ਦੀ, ਸਿਰਫ ਇੱਕ ਨੈਰੇਟਿਵ ਕ੍ਰੀਏਟ ਕਰਨ ਦੀ ਗੱਲ ਕੀਤੀ ਗਈ। ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਕਿ ਹਸਪਤਾਲ ਸਕੂਲਾਂ ਦੀ ਗੱਲ ਨਹੀਂ ਕਰਦੇ ਪਏ, ਉਹਦੀ ਫੋਟੋਜ਼ ਦੀ ਗੱਲ ਨਹੀਂ ਕਰ ਰਹੇ। ਮੈਂ ਦੁਬਾਰਾ ਰਿਪੀਟ ਕਰ ਰਿਹਾ ਕਿ ਉਸ ਸਪੀਚ ਦੇ ਵਿੱਚ ਸ਼ੁਰੂਆਤ ਹਸਪਤਾਲ ਤੇ ਸਕੂਲਾਂ ਦੀ ਗੱਲ ਤੋਂ ਕੀਤੀ ਗਈ ਹੈ। ਇੱਕ ਉਹਨਾਂ ਨੇ ਆਪ ਦੀ ਰਾਏ ਰੱਖੀ ਹੈ, ਇਹਨਾਂ ਦੀ ਰਾਏ ਡਿਫਰੈਂਟ ਹੋ ਸਕਦੀ ਹੈ, ਇਹ ਸ਼ਾਇਦ ਉਸ ਰਾਏ ਨਾਲ ਸਹਿਮਤ ਨਾ ਹੋਣ। ਇਹ ਦੂਸਰੀ ਬੀਜੇਪੀ ਉਸ ਰਾਏ ਨਾਲ ਸਹਿਮਤ ਨਹੀਂ ਹੋ ਸਕਦੀ, ਕਾਂਗਰਸ ਉਸ ਰਾਏ ਨਾਲ ਸਹਿਮਤ ਨਹੀਂ ਹੋ ਸਕਦੀ, ਇਹਨਾਂ ਦੀ ਆਪਦੀ ਰਾਏ ਹੋ ਸਕਦੀ ਹੈ। ਪਰ ਹਰ ਵਾਰ ਜਦੋਂ ਅਰਵਿੰਦ ਕੇਜਰੀਵਾਲ ਜੀ ਕੋਈ ਨਾ ਕੋਈ ਜਦੋਂ ਗੱਲ ਕਰਦੇ ਨੇ, ਕੋਈ ਨਾ ਕੋਈ ਸਪੀਚ ਦੇ ਵਿੱਚ ਉਹਨਾਂ ਦੇ ਸਿਰਫ ਇੱਕ ਪੁਆਇੰਟ ਉਠਾਇਆ ਜਾਂਦਾ ਹੈ, ਉਸ ਨੂੰ ਵਿਸ਼ਾ ਬਣਾਇਆ ਜਾਂਦਾ, ਕਿਸੇ ਨਾ ਕਿਸੇ ਤਰੀਕੇ ਆਮ ਆਦਮੀ ਪਾਰਟੀ ਨੂੰ ਘੇਰਿਆ ਜਾਵੇ। ਬੀਜੇਪੀ ਦੀ ਮਨਸ਼ਾ ਸਾਰੀ ਕਲੀਅਰ ਹੋ ਰਹੀ ਹੈ। ਬੀਜੇਪੀ ਜਿਹੜੇ ਪ੍ਰਵਕਤਾ ਬੋਲੇ ਸੀ, ਉਹਨਾਂ ਨੇ ਸਟਾਰਟਿੰਗ 'ਚ 8 ਤੋਂ 9 ਵਾਰ ਆਪਦੀ ਡਿਬੇਟ ਦੇ ਜਦੋਂ ਸ਼ੁਰੂਆਤ ਕੀਤੀ ਹੈ, 8 ਤੋਂ 9 ਵਾਰ ਗੁਜਰਾਤ ਦਾ ਨਾਮ ਲਿੱਤਾ। ਉਹਨਾਂ ਨੇ ਕਹਿ ਰਹੀ ਗੁਜਰਾਤ ਦੇ ਵਿੱਚ ਤੁਸੀਂ ਲੀਕਰ ਪਾਲਿਸੀ ਦੀ ਗੱਲ ਨਹੀਂ ਕਰ ਰਹੇ। ਮੈਂ ਉਹਨਾਂ ਨੂੰ ਸਵਾਲ ਪੁੱਛਣਾ ਚਾਹੁੰਦਾ ਕਿ ਗੁਜਰਾਤ ਦੇ ਵਿੱਚ ਜਿਹੜੀ ਇਲੀਗਲ ਦਾਰੂ, ਜਿਹੜਾ 10,000 ਕਰੋੜ ਦਾ ਬਿਜ਼ਨਸ ਸੀਗਾ, ਪੀ ਕੇ ਜਿਹੜੇ ਪਿੱਛੇ ਐਕਸਪਾਇਰ ਹੋਏ ਨੇ, ਲੋਕ ਮਰੇ ਨੇ, ਉਹਦੇ ਉੱਤੇ ਕਿਉਂ ਨਹੀਂ ਇਨਕੁਆਇਰੀ ਕੋਈ ਚੱਲਦੀ ਰਹੀ? ਉਹਦੇ ਬਾਰੇ ਗੱਲ ਕਿਉਂ ਨਹੀਂ ਕਰਦੇ? ਸੋ ਗੱਲਾਂ ਮੁੱਦਿਆਂ ਦੀ ਗੱਲ ਕਰਨੀ ਹੈ, ਅਸੀਂ ਮੁੱਦਿਆਂ ਤੇ ਗੱਲ ਕਰਦੇ ਆ। ਅਸੀਂ ਬਾਰ-ਬਾਰ ਕਰ ਰਹੇ ਹਾਂ, ਆਮ ਆਦਮੀ ਪਾਰਟੀ ਇਹੋ ਜਿਹੀ ਪਾਰਟੀ ਹੈ ਜਿਹੜੀ 10 ਸਾਲਾਂ 'ਚ ਬੜੀ ਸਪੀਡ ਦੇ ਨਾਲ ਹਿੰਦੁਸਤਾਨ ਦੇ ਵਿੱਚ ਅੱਗੇ ਵਧੀ ਹੈ, ਸਿਰਫ ਮੁੱਦਿਆਂ ਦੇ ਕਰਕੇ ਵਧੀ ਹੈ, ਆਪਦੇ ਮੁੱਦੇ ਦੇ ਪੋਲਿਟਿਕਸ ਕਰਕੇ ਵਧੀ ਹੈ, ਜਿਹੜੀ ਆਪਣੀ ਕਮਿਟਮੈਂਟਸ ਪੂਰੀ ਕਰਦੀ ਹੈ ਉਹਦੇ ਕਰਕੇ ਅੱਗੇ ਵਧੀ ਹੈ। ਬਿਲਕੁਲ ਸ਼ਸ਼ੀਵੀਰ ਜੀ, ਤੁਹਾਨੂੰ ਫਿਰ ਵੀ ਇਸ ਮੁੱਦਿਆਂ ਤੇ ਕਿਉਂਕਿ ਜਵਾਬ ਤੁਹਾਡੇ ਵੱਲੋਂ ਹੀ ਜ਼ਿਆਦਾ ਆਉਣੇ ਹੈਗੇ ਆ। ਜਗਕੀਸ਼ ਨਾਰੰਗ ਜੀ, ਆਪ ਵੱਲੋਂ ਇਹ ਕਿਹਾ ਗਿਆ ਕਿ ਤੁਸੀਂ ਆਪਣੇ ਭਾਸ਼ਣ ਜਾਂ ਆਪਣੇ ਕਮੈਂਟ ਦੇ ਵਿੱਚ ਘੱਟੋ ਘੱਟ ਜਿਹੜਾ 8-10 ਵਾਰੀ ਗੁਜਰਾਤ ਦਾ ਜ਼ਿਕਰ ਕੀਤਾ ਹੈ। ਤੁਸੀਂ ਲਿਕਰ ਪਾਲਿਸੀ ਦੀ ਗੱਲ ਕਰਦੇ ਆ, ਉਹ ਕਹਿੰਦੇ ਗੁਜਰਾਤ ਦੇ ਵਿੱਚ ਦੇਣ ਦਾ ਜਵਾਬ ਉੱਥੇ ਕੀ ਹਾਲ ਕੀਤਾ ਜਿਹੜਾ ਗੈਰ ਕਾਨੂੰਨੀ ਲਿਕਰ ਨੇ। ਦੂਜੀ ਗੱਲ ਉਹਨਾਂ ਨੇ ਕਿਹਾ ਕਿ ਰਾਏ ਵੱਖਰੀ ਹੋ ਸਕਦੀ ਆ। ਉਹ ਕਹਿੰਦੇ ਅਰਵਿੰਦ ਕੇਜਰੀਵਾਲ ਦੀ ਰਾਏ ਹੈਗੀ ਹੈ ਇਹ ਕਿ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਲੱਗਣੀਆਂ ਚਾਹੀਦੀਆਂ, ਤੇ ਦੂਜੀਆਂ ਧਿਰਾਂ ਨੂੰ ਕੀ ਇਤਰਾਜ਼ ਹੈ? ਇਹ ਦੋਨੇ ਸਵਾਲ ਆਪ ਵੱਲੋਂ ਉਠਾਏ ਗਏ ਹੈ। ਨਾਰੰਗ ਸਾਹਿਬ ਦੇਖੋ, ਸਿੱਧੂ ਸਾਹਿਬ ਐਸਾ ਹੈ ਕਿ ਜਿਹੜੀ ਸ਼ਸ਼ੀਵੀਰ ਜੀ ਗੱਲ ਕਰਦੇ ਨੇ ਨਾ, ਇਹਨਾਂ ਨੂੰ ਕਹੋ ਵੀ ਖੁਦ ਇੱਕ ਵਾਰ ਗੁਜਰਾਤ 'ਚ ਜਾ ਕੇ ਦੇਖ ਕੇ ਆਉਣ
ਕਿ ਭ੍ਰਸ਼ਟਾਚਾਰ ਮੁਕਤ ਰਾਜ ਹੈ ਜਿਹੜਾ 27 ਸਾਲ ਤੋਂ ਉੱਥੇ ਭਾਰਤੀ ਜਨਤਾ ਪਾਰਟੀ ਰਾਜ ਕਰ ਰਹੀ, ਕੋਈ ਐਲੀਗੇਸ਼ਨ ਨਹੀਂ ਆ। ਔਰ ਜਿਹੜੀ ਤੁਸੀਂ ਗੱਲਾਂ ਕਰਦੇ ਹੋ ਨਾ, ਤੁਹਾਡੇ ਕਿਉਂ ਅਸੀਂ ਗੁਜਰਾਤ ਇਲੈਕਸ਼ਨ ਤੋਂ ਗੱਲ ਕਰ ਰਹੇ ਹਾਂ, ਕਿਉਂਕਿ ਗੁਜਰਾਤ ਇਲੈਕਸ਼ਨ ਅੱਗੇ ਨੇ ਔਰ ਕੇਜਰੀਵਾਲ ਜੀ ਦਾ, ਕਿਉਂਕਿ ਉੱਥੇ ਪੋਲੀਟੀਕਲ ਐਂਬੀਸ਼ਨਸ ਨੇ। ਹਿਮਾਚਲ ਔਰ ਗੁਜਰਾਤ ਦੇ ਇਲੈਕਸ਼ਨਾਂ ਦੇ ਵਿੱਚ ਉਹ ਆਪਣੇ ਆਪ ਨੂੰ ਫਲੋਰਿਸ਼ ਕਰਨਾ ਚਾਹੁੰਦੇ ਨੇ, ਉਸ ਲਈ ਉਹ ਕਿਸੇ ਵੀ ਲੈਵਲ ਤੱਕ, ਕਿਸੇ ਵੀ ਨਿਮਨ ਸਤਰ ਤੱਕ ਜਾਣਾ ਚਾਹਣ, ਉਹ ਜਾ ਕੇ ਰਾਜਨੀਤੀ ਕਰ ਸਕਦੇ ਨੇ। ਮੈਂ, ਮੇਰੇ ਦੋ ਸਾਥੀ ਸਾਡੇ ਬੁਲਾਰੇ ਬੈਠੇ ਨੇ ਕਾਂਗਰਸ ਔਰ ਅਕਾਲੀ ਦਲ ਵਾਲੇ, ਮੈਂ ਉਹਨਾਂ ਦੀ ਇੱਕ ਗੱਲ ਨਾਲ ਸਹਿਮਤ ਹਾਂ। ਸਿੱਧੂ ਸਾਹਿਬ, ਜਿਹੜੇ ਦੇਖੋ ਕਿਸੇ ਵੀ ਧਰਮ ਦੇ ਗੁਰੂ, ਪੈਗੰਬਰ, ਪੀਰ ਸਾਹਿਬਾਨ, ਚਾਹੇ ਆਪਾਂ ਕ੍ਰਿਸਚਨਸ ਦੇ ਕਹਿ ਲਈਏ, ਚਾਹੇ ਮੁਹੰਮਡਨਸ ਦੇ ਕਹਿ ਲਈਏ, ਚਾਹੇ ਹਿੰਦੂਆਂ ਦੇ, ਚਾਹੇ ਆਪਣਾ ਸਿੱਖ ਭਰਾਵਾਂ ਦੇ, ਇਹ ਆਸਥਾ ਦਾ ਕੇਂਦਰ ਹੁੰਦੇ ਨੇ। ਕੋਈ ਇਹਨਾਂ ਨੂੰ ਮੰਦਿਰ ਦੇ ਵਿੱਚ, ਘਰ ਦੇ ਵਿੱਚ ਰੱਖਦਾ ਹੈ, ਕੋਈ ਦਰਬਾਰ ਸਾਹਿਬ ਬਣਾ ਕੇ ਘਰ ਦੇ ਵਿੱਚ ਉਹਦੇ ਪਾਠ ਕਰਦਾ ਹੈ। ਤਾਂ ਇਹ ਕੁਝ ਜਗ੍ਹਾ ਆਸਥਾ ਦੀ ਹੁੰਦੀਆਂ ਨੇ ਜਿੱਥੇ ਆਪਾਂ ਕਰੰਸੀ ਨੂੰ ਰੱਖਦੇ ਹਾਂ। ਕਰੰਸੀ ਨੂੰ ਅਸੀਂ ਇਦਾਂ ਨਹੀਂ ਦੇਵੀ ਦੇਵਤਿਆਂ ਦੀ ਫੋਟੋ ਪਾ ਕੇ ਪਰਸਾਂ ਦੇ ਵਿੱਚ ਨਹੀਂ ਚੱਲ ਸਕਦੇ, ਕਿ ਐਸੀ ਕਈ ਮਰਿਆਦਾਵਾਂ ਨੇ ਧਰਮ ਦੀਆਂ, ਕਿਉਂਕਿ ਆਮ ਆਦਮੀ ਪਾਰਟੀ ਤਾਂ ਰਾਜਨੀਤੀ ਦੀ ਆੜ 'ਚ ਸਭ ਧਾਰਮਿਕ ਮਰਿਆਦਾਵਾਂ ਭੁੱਲ ਚੁੱਕੀ ਆ। ਇਹਨਾਂ ਨੂੰ ਤਾਂ ਰਾਜਨੀਤੀ ਇਲਾਵਾ ਕਿਸੇ ਚੀਜ਼ ਨਾਲ ਮਤਲਬ ਨਹੀਂ। ਪਰ ਇਸ ਚੀਜ਼ ਦੀ ਪ੍ਰੈਕਟੀਕਲ ਪ੍ਰੋਬਲਮ ਨੂੰ ਸਮਝਣ ਕਿ ਦੇਵੀ ਦੇਵਤਿਆਂ ਦੀ ਲੱਗੀ ਫੋਟੋਆਂ ਦੇ ਨਾਲ ਕਿਸੇ ਤਰ੍ਹਾਂ ਦੇ ਨਾਲ ਤੁਸੀਂ ਉਹਨੂੰ ਕੈਰੀ ਨਹੀਂ ਕਰ ਸਕਦੇ, ਕਿਉਂਕਿ ਆਪਾਂ ਭਗਵਾਨ ਗਣੇਸ਼ ਦੀ ਫੋਟੋ ਮੰਦਿਰ 'ਚ ਲਗਾਉਂਦੇ ਹਾਂ, ਉਹਨੂੰ ਜੇਬ 'ਚ ਪਾ ਕੇ ਨਹੀਂ ਤੁਰ ਸਕਦੇ। ਜੇ ਕਿ ਕੱਲ੍ਹ ਨੂੰ ਇਹ ਕਹਿਣਗੇ ਕਿ ਗੁਰੂ ਨਾਨਕ ਦੇਵ ਜੀ ਦੀ ਫੋਟੋ ਵੀ ਉੱਤੇ ਲਾ ਦਿਓ, ਹੁਣ ਗੁਰੂ ਨਾਨਕ ਦੇਵ ਜੀ ਦੀ ਫੋਟੋ ਨੂੰ ਅਸੀਂ ਜੇਬ ਦੇ, ਕਿਉਂਕਿ ਜਿਹੜਾ ਸਾਡਾ ਆਸਥਾ ਦਾ ਸਥਾਨ ਆ ਜਿੱਥੇ ਅਸੀਂ ਮੱਥਾ ਟੇਕਣਾ ਆ। ਕਹਿੰਦੇ ਆ ਕਿ ਜਿਹੜੇ ਰੁਜ਼ਗਾਰ ਦੇ ਆਪਣੇ ਆਪਣੇ ਸਾਧਨ ਹੈਗੇ ਆ, ਦੁਕਾਨਾਂ, ਉੱਥੇ ਵੀ ਕਹਿੰਦੇ ਤਸਵੀਰਾਂ ਲੱਗੀਆਂ ਹੋਈਆਂ, ਉੱਥੇ ਤਾਂ ਲੱਗੀਆਂ ਨਾ। ਸਿੱਧੂ ਸਾਹਿਬ ਦੇਖੋ, ਸ਼ਸ਼ੀ ਵੀਰ ਜੀ ਦਾ ਨਿੱਜੀ ਵਿਚਾਰ ਹੋ ਸਕਦਾ, ਜੇ ਇਹਨਾਂ ਦੇ ਸੁਪਰੀਮੋ ਇਹ ਕੱਲ ਨੂੰ ਇਹ ਬਿਆਨ ਦੇ ਦੇਣ ਜੋ ਸ਼ਸ਼ੀ ਵੀਰ ਜੀ ਕਹਿ ਰਹੇ ਨੇ, ਤਾਂ ਠੀਕ ਆ, ਫਿਰ ਅਸੀਂ ਇਹਨਾਂ ਨਾਲ ਉਹਦਾ ਜਵਾਬ ਦੇ ਦਾਂਗੇ। ਪਰ ਮੇਰੇ ਖਿਆਲ ਨਾਲ ਜੋ ਸ਼ਸ਼ੀ ਵੀਰ ਜੀ ਨੇ ਕਿਹਾ, ਇਹ ਥੋੜਾ ਜਿਹਾ ਆਪਣੀ ਪਾਰਟੀ ਤੋਂ ਚੈੱਕ ਕਰ ਲੈਣ, ਇਹਨਾਂ ਦਾ ਨਿੱਜੀ ਵਿਚਾਰ ਆ। ਜੇ ਪਾਰਟੀ ਦੀ ਵਿਚਾਰਧਾਰਾ ਤੇ ਉਹਨੂੰ ਕਲੀਅਰ ਕਰ ਦੇਣ ਕਿ ਆਮ ਆਦਮੀ ਪਾਰਟੀ ਦੀ ਇਹ ਵਿਚਾਰਧਾਰਾ ਵਾ, ਵੀ ਜੋ ਇਹਨਾਂ ਨੇ ਪਹਿਲਾਂ ਕਿਹਾ ਕਿ ਇਹ ਪਾਰਟੀ ਦੀ ਆਈਡੀਓਲੋਜੀ ਆ ਜਾਂ ਪਾਰਟੀ ਵਿਚਾਰਧਾਰਾ, ਆਪਾਂ ਨੂੰ ਇੱਕ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਆਪਾਂ ਜੇ ਐਸਾ ਬਿਆਨ ਨਾ ਵੀ ਦਿੰਦੇ ਤਾਂ ਲੋੜ ਵੀ ਕੀ ਪਈ ਸੀਗੀ। ਸਿਰਫ ਔਰ ਸਿਰਫ ਉਹਦੇ ਮੋਟਿਵ ਸਮਝਣੇ ਚਾਹੀਦੇ ਨੇ। ਔਰ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਾਂ ਸਿੱਧੂ ਸਾਹਿਬ, ਜਿਹੜੀ ਇਹ ਸਕੂਲ ਔਰ ਹਸਪਤਾਲ ਦੀ ਬਾਰ-ਬਾਰ ਗੱਲ ਕਰਦੇ ਨੇ ਨਾ, ਦੇਖੋ ਸਕੂਲਾਂ 'ਚ ਤੁਸੀਂ ਵੀ ਪੜ੍ਹੇ ਹੋ, ਅਸੀਂ ਵੀ ਪੜ੍ਹੇ, ਮੇਰੇ ਕਾਂਗਰਸ ਵਾਲੇ ਬੁਲਾਰੇ ਵੀ ਪੜ੍ਹੇ ਨੇ, ਹਸਪਤਾਲਾਂ ਦੇ ਵਿੱਚ ਵੀ ਆਪਾਂ ਨੂੰ ਦੇਰ ਸਵੇਰ ਕਿਸੇ ਨਾ ਕਿਸੇ ਕੰਮ ਲਈ ਜਾਣਾ ਪੈਂਦਾ। ਇੱਕ ਐਸੀ ਰਿਫਾਰਮ ਵਾਲਾ ਫੀਲਡ ਹੈ ਜਿਹਦੇ 'ਚ ਹਮੇਸ਼ਾ ਹੀ ਸੁਧਾਰ ਹੁੰਦਾ ਰਿਹਾ ਹੈ। ਜਦੋਂ ਸਿੱਧੂ ਸਾਹਿਬ ਤੁਸੀਂ ਸਕੂਲ 'ਚ ਗਏ ਸੀ, ਸਕੂਲਾਂ ਦੇ ਹਾਲਾਤ ਹੋਰ ਸੀ, ਜਦੋਂ ਮੇਰੇ ਕਾਂਗਰਸ ਵਾਲੇ ਭਾਈ ਸਾਹਿਬ ਗਏ ਹੋਣਗੇ ਉਦੋਂ ਹਾਲਾਤ ਹੋਰ ਸੀ। ਤਾਂ ਰਿਫਾਰਮਿੰਗ ਪ੍ਰੋਸੈਸ ਹੈ। ਇੱਦਾਂ ਹੀ ਹਸਪੀਟਲਸ ਆ ਕਿ ਨਵੀਂ ਨਵੀਂ ਟੈਕਨੋਲੋਜੀ, ਨਵੀਂ ਨਵੀਂ ਮੈਡੀਸਿਨ ਆਉਂਦੀ ਰਹਿੰਦੀ, ਰਿਫਾਰਮਸ ਹੋ ਰਹੇ ਆ, ਔਰ ਜਦੋਂ ਦਾ ਹਿੰਦੁਸਤਾਨ ਆਜ਼ਾਦ ਹੋਇਆ ਹੁੰਦੇ ਹੀ ਜਾ ਰਹੇ ਆ। ਇਹਨਾਂ ਨੇ ਕੋਈ ਉਹਦੇ 'ਚ ਖਾਸ ਕੰਮ ਨਹੀਂ। ਗੱਲ ਤਾਂ ਠੀਕ ਹੈ, ਅਰਵਿੰਦ ਕੇਜਰੀਵਾਲ ਦਾ ਜਿੱਦਾਂ ਸ਼ਸ਼ੀ ਵੀਰ ਜੀ ਨੇ ਕਿਹਾ, ਮੈਂ ਉਹਨਾਂ ਦੇ ਬਿਆਨ ਨੂੰ ਧਿਆਨ ਨਾਲ ਮੀਡੀਆ ਦੇਖਿਆ ਨੇ ਪੜ੍ਹਿਆ, ਉਹਨਾਂ ਨੇ ਇਹ ਵੀ ਕਿਹਾ ਕਿ ਇਹਦੇ ਨਾਲ ਅਰਥ ਵਿਵਸਥਾ ਮਜ਼ਬੂਤ ਹੋਏਗੀ। ਮੈਨੂੰ 1 ਮਿੰਟ 'ਚ ਮੇਰੀ ਗੱਲ ਕੰਪਲੀਟ ਕਰ ਲੈਣ ਦਿਓ ਸਰ, ਕਿ ਇਹ ਇੱਕ ਐਸਾ ਰਿਫਾਰਮ ਦਾ ਜਿਹੜੇ ਹਰ ਦੇਸ਼, ਹਰ ਮੁਲਕ ਦੇ ਵਿੱਚ ਟੈਕਨੋਲੋਜੀ ਐਡਵਾਂਸ ਹੋਈ ਜਾਏਗੀ, ਐਜੂਕੇਸ਼ਨ ਸਿਸਟਮ ਐਡਵਾਂਸ ਹੋਈ ਜਾਏਗਾ, ਚੱਲਦੇ ਰਹਿਣਗੇ। ਉਹਦੇ 'ਚ ਇਹ ਇੱਕ ਝੂਠਾ ਮਾਡਲ ਲੈ ਕੇ ਆਏ ਸੀ ਜਿਹਨੂੰ ਪੰਜਾਬ ਨੇ ਡਿਸਕਾਰਡ ਹੁਣ ਕਰਨਾ ਸ਼ੁਰੂ ਕਰ ਦਿੱਤਾ। ਦਿੱਲੀ 'ਚ ਦੇਖੋ, ਇਹ ਮਾਂ ਲక్ష్ਮੀ ਦੀਆਂ ਗੱਲਾਂ ਕਰਦੇ ਨੇ, ਗਰੀਬਾਂ ਦੀ ਲక్ష్ਮੀ ਲੁੱਟੀ ਹੈ ਇਹਨਾਂ ਨੇ ਲਿੱਕਰ ਮਾਫੀਆ ਦੇ ਵਿੱਚ, ਔਰ ਮਾਂ ਲక్ష్ਮੀ ਇਹਨਾਂ ਨੂੰ ਕਦੀ ਮਾਫ ਨਹੀਂ ਕਰੇਗੀ। ਜੋ ਇਹਨਾਂ ਨੇ ਦਿੱਲੀ 'ਚ ਭ੍ਰਸ਼ਟਾਚਾਰ ਦੇ ਰਿਕਾਰਡ ਤੋੜ ਦਿੱਤੇ ਨੇ, ਇਹ ਵਿਕਾਸ ਦੀ ਕਿਹੜੀ ਗੱਲ। ਸ਼ਸ਼ੀ ਵੀਰ ਜੀ ਮੈਨੂੰ ਦੱਸਣ ਕਿ ਫੌਜਾ ਸਿੰਘ ਸਰਾਰੀ ਤੇ ਅੱਜ ਤੱਕ FIR ਕਿਉਂ ਨਹੀਂ ਹੋਈ? ਜੇ ਵਿਜੇ ਸਿੰਘਲਾ ਕਸੂਰਵਾਰ ਸੀ, ਮੈਨੂੰ ਦੱਸਣ ਨਾ ਜੀ, ਮੈਂ ਤੁਹਾਨੂੰ ਸਵਾਲ ਪੁੱਛ ਲੈਂਦਾ ਨਾ ਜੀ, ਵਿਜੇ ਸਿੰਗਲਾ ਦੀ ਤੁਹਾਡੇ ਮੇਰੇ ਚੋਂ ਕਿਸੇ ਨੇ ਆਡੀਓ ਵੀਡੀਓ ਨਹੀਂ ਦੇਖੀ। ਵਿਜੇ ਸਿੰਗਲਾ ਨੂੰ ਇਹਨਾਂ ਦੇ ਮੁੱਖ ਮੰਤਰੀ ਨੇ ਚਾਹਿਆ, ਉਹਨੂੰ ਚੱਕ ਕੇ ਅੰਦਰ ਕਰ ਦਿੱਤਾ। ਇੱਕ ਕੱਪ ਕਿਉਂ ਕਿਸੇ ਤੇ ਜਾਣਾ, ਉਹਨੂੰ ਅੰਦਰ ਕਰ ਦਿੱਤਾ। 2.5 ਮਹੀਨੇ ਬਾਅਦ ਉਹਦੇ ਤੇ ਕੋਈ ਸਬੂਤ ਨਹੀਂ ਮਿਲਿਆ, ਅਦਾਲਤ ਤੋਂ ਜ਼ਮਾਨਤ ਮਿਲ ਗਈ। ਫੌਜਾ ਸਿੰਘ ਸਰਾਰੀ ਦੀ ਆਪਾਂ ਸਾਰਿਆਂ ਨੇ ਵੀਡੀਓ ਆਡੀਓ ਦੇਖੀ ਹੈ, ਪਬਲਿਕ ਡੋਮੇਨ 'ਚ, ਭ੍ਰਸ਼ਟਾਚਾਰ ਕਰ ਰਿਹਾ। ਇਹ ਮੈਨੂੰ ਦੱਸਣ ਉੱਤੇ ਕਾਰਵਾਈ ਕਿਉਂ ਨਹੀਂ ਕਰਦੇ? ਉਹਦੇ ਤੇ ਕੀ ਪੈਮਾਨੇ ਆ ਇਹਨਾਂ ਦੇ? ਸ਼ਸ਼ੀ ਵੀਰ ਜੀ ਕੋਲ ਜਵਾਬ ਲੈ ਲੈਣੇ ਜੀ, ਬਿਲਕੁਲ ਜਵਾਬ ਲੈ ਲੈਣੇ ਆ, ਜਵਾਬ ਦੇ ਦੇਣੇ ਇਹ ਜੀ, ਆਪਾਂ ਜਵਾਬ ਲੈਣੇ। ਨਾਰਨ ਜੀ, ਇੱਕ ਨਿੱਕਾ ਜਿਹਾ ਸਵਾਲ ਜਿਹੜਾ ਸ਼ਸ਼ੀ ਵੀਰ ਜੀ ਕਹਿ ਰਹੇ ਸੀ, ਉਹ ਕਹਿੰਦੇ ਤੁਹਾਡੇ ਬਾਰੇ ਉਹਨਾਂ ਨੇ ਸਵਾਲ ਕੀਤਾ ਸੀ ਸਪੈਸੀਫਿਕ ਜਿਹੜਾ, ਉਹ ਕਹਿੰਦੇ ਵੀ ਤੁਸੀਂ ਇਹ ਦੱਸੋ ਵੀ ਫਿਰ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਲਗਾਉਣੀਆਂ ਗਲਤ ਹੈ? ਸ਼ਸ਼ੀ ਵੀਰ ਜੀ ਨੇ ਤੁਹਾਨੂੰ ਵੀ ਇਹ ਸਵਾਲ ਕੀਤਾ ਹੈ। ਦੇਖੋ, ਮੈਂ ਕਿਸੇ ਚੀਜ਼ ਨੂੰ ਗਲਤ ਨਹੀਂ ਕਹਿ ਰਿਹਾ, ਠੀਕ ਨਹੀਂ ਕਹਿ ਰਿਹਾ, ਪਰ ਆਪਾਂ ਨੂੰ ਚੀਜ਼ ਦੀ ਟਾਈਮਿੰਗ ਨੂੰ ਸਮਝਣਾ ਚਾਹੀਦਾ ਕਿ ਅੱਜ ਇਸ ਵਿਵਾਦ ਦੀ ਲੋੜ ਕੀ ਆ। ਆਪਾਂ ਡਿਵੈਲਪਮੈਂਟ ਦੀ ਗੱਲ ਕਰੀਏ, ਆਪਾਂ ਦਿੱਲੀ 'ਚ ਲੋਕਪਾਲ ਕਿਉਂ ਨਹੀਂ ਆਇਆ ਉਹਦੀ ਗੱਲ ਕਰੀਏ, ਆਪਾਂ ਪੰਜਾਬ ਕਿਹਾ ਭ੍ਰਸ਼ਟਾਚਾਰ ਮੁਕਤ ਹੋ ਗਿਆ ਉਹਦੀ ਗੱਲ ਕਰੀਏ। ਭ੍ਰਸ਼ਟਾਚਾਰ ਦੁੱਗਣਾ ਹੋ ਗਿਆ,
ਔਰ ਮੇਰੇ ਜਿਹੜੇ ਦੋਨੋਂ ਪੈਨਲ ਵਾਲੇ ਬੈਠੇ ਨੇ, ਸ਼ਸ਼ੀਵੀਰ ਜੀ ਵੀ ਇਸ ਗੱਲ ਨੂੰ ਮੰਨਣਗੇ, ਪਰ ਇਹਨਾਂ ਦੀ ਮਜਬੂਰੀਆਂ ਵਾ, ਡਿਬੇਟ ਤੇ ਬੈਠ ਕੇ ਮੰਨ ਨਹੀਂ ਸਕਦੇ। ਭ੍ਰਸ਼ਟਾਚਾਰ ਪੰਜਾਬ ਦੇ ਵਿੱਚ ਡਬਲ ਹੋ ਗਿਆ ਤੇ ਕਿ ਆਪਾਂ ਉਹਦੇ ਤੇ ਡਿਬੇਟ ਕਰ ਲਈਏ। ਤੁਹਾਡੀ ਗੱਲ ਆ ਗਈ, ਬਿਲਕੁਲ ਆਪਾਂ ਜਵਾਬ ਲੈਂਦੇ ਹਾਂ। ਵੱਡੇ ਮੁੱਦੇ ਹੈਗੇ ਆ, ਇਹਨਾਂ ਮੁੱਦਿਆਂ ਤੇ ਸਮਾਂ ਵੀ ਲੱਗਦਾ ਜਦੋਂ ਆਪਾਂ ਗੱਲ ਕਰਦੇ ਹਾਂ। ਸ਼ਸ਼ੀਵੀਰ ਜੀ, ਜਿਸ ਮਾਮਲੇ ਤੇ ਚਰਚਾ ਕੀਤੀ ਜਾ ਰਹੀ ਹੈ, ਉਹ ਕਹਿੰਦੇ ਵੀ ਤੁਸੀਂ ਕਿਉਂ ਜਿਹੜਾ ਹੈਗਾ ਇਸ ਤਰ੍ਹਾਂ ਦੇ ਧਾਰਮਿਕ ਆਸਥਾ ਵਾਲੇ ਮੁੱਦੇ ਨੂੰ ਛੇੜਿਆ, ਜਿਹਦੀ ਕਿ ਜ਼ਰੂਰਤ ਨਹੀਂ ਸੀ ਇਸ ਵੇਲੇ, ਜਾਣਬੁੱਝ ਕੇ। ਉਹ ਕਹਿੰਦੇ ਵੀ ਤੁਸੀਂ ਕਹਿੰਦੇ ਜ਼ਰੂਰ ਹੋ ਗੁਜਰਾਤ ਦੀ ਗੱਲ, ਪਰ ਆਪ ਵਾਲੇ ਹੀ ਚੋਣਾਂ, ਕਿਉਂਕਿ ਉਹਨਾਂ ਕੋਲ ਹੋਰ ਕੁਝ ਕਹਿਣ ਨੂੰ ਨਹੀਂ ਹੈ, ਇਸ ਕਰਕੇ ਗੱਲ ਇਹ ਛਿੜੀ ਗਈ ਹੈ। ਭ੍ਰਿਸ਼ਟਾਚਾਰ ਦੇ ਤੇ ਦੂਜੇ ਮੁੱਦਿਆਂ ਦਾ ਜਿਹੜਾ ਦਿੱਲੀ ਮਾਡਲ ਸੀ, ਕਹਿੰਦੇ ਫੇਲ ਹੋ ਗਿਆ, ਤੇ ਤਾਂ ਇੱਦਾਂ ਦੀ ਗੱਲ ਕੀਤੀ ਹੈ। ਸ਼ਸ਼ੀਵੀਰ ਜੀ ਸਰ, ਫੌਜਾ ਸਿੰਘ ਸਰਾਰੀ ਵੀ ਜਵਾਬ ਅਜਿਹੀ ਪਾਰਟੀ ਹੈ ਤੇ ਦੂਜੇ ਭ੍ਰਿਸ਼ਟਾਚਾਰ ਦੇ ਮੁੱਦਿਆਂ ਦੀ ਗੱਲ ਵੀ ਕਹਿ ਰਹੇ। ਆਮ ਆਦਮੀ ਪਾਰਟੀ ਅਜਿਹੀ ਪਾਰਟੀ ਹੈ ਜਿਹਨੇ ਬੀਜੇਪੀ ਨੂੰ ਸਕੂਲ 'ਚ ਜਾਣ ਤੇ ਮਜਬੂਰ ਕੀਤਾ, ਹਸਪਤਾਲਾਂ ਦੀ ਰਾਜਨੀਤੀ 'ਚ ਵਾਪਸ ਆਉਣ ਤੇ ਮਜਬੂਰ ਕੀਤਾ। ਹੁਣ ਹੋ ਕੀ ਰਿਹਾ ਕਿ ਇਹ ਜਿਹੜਾ ਮੁੱਦਾ ਉਠਾਇਆ ਗਿਆ, ਮੁੱਦਾ ਆਮ ਆਦਮੀ ਪਾਰਟੀ ਨੇ ਨਹੀਂ ਉਠਾਇਆ। ਮੈਂ ਤੁਹਾਨੂੰ ਉਹੀ ਗੱਲ ਕਰ ਰਿਹਾ, ਜਦੋਂ ਸਪੀਚ ਦਿੱਤੀ ਉਹਨਾਂ ਨੇ ਆਪਦਾ ਸਾਰੀ ਗੱਲ ਸਟਾਰਟਿੰਗ 'ਚ ਰੱਖੀ, ਡਿਵੈਲਪ ਕੰਟਰੀ ਦੀ ਗੱਲ ਕੀਤੀ, ਉਹਦੇ ਵਾਸਤੇ ਇਹਨਾਂ ਨੇ ਆਪਦੇ ਸੁਝਾਅ ਦਿੱਤੇ। ਰਾਏ ਤੋਂ ਡਿਫਰੈਂਟ ਹੋ ਸਕਦੇ ਨੇ, ਇਹਨਾਂ ਦੀ ਰਾਏ ਵੱਖਰੀ ਹੋ ਸਕਦੀ ਹੈ, ਪਰ ਉਹਨਾਂ ਨੇ ਆਪਦੀ ਰਾਏ ਕਲੀਅਰ ਨਹੀਂ ਕੀਤੀ। ਦੂਸਰੀ ਗੱਲ ਸਰ, ਧਰਮ ਨਿਰਪੇਖਤਾ ਤੇ ਗੱਲ ਕੀਤੀ ਸੀਗੀ ਬੀਜੇਪੀ ਦੇ ਜਿਹੜੇ ਬੁਲਾਰੇ ਨੇ ਲੋਕੇਸ਼ ਜੀ, ਉਹਨਾਂ ਨੇ ਧਰਮ ਨਿਰਪੇਖਤਾ ਤੇ ਮੈਂ ਨਾਲ ਗੱਲ ਦੱਸਣਾ ਚਾਹੁੰਦਾ, ਬੀਜੇਪੀ ਨੇ ਐਸੇ ਪ੍ਰਧਾਨ ਮੰਤਰੀ ਦਿੱਤੇ ਨੇ, ਸ਼੍ਰੀ ਨਰਿੰਦਰ ਮੋਦੀ ਜੀ, ਜਿਨ੍ਹਾਂ ਨੇ ਓਪਨ ਸਪੀਚ ਦਿੰਦੇ ਨੇ। ਜਦੋਂ ਸਪੀਚ ਦਿੰਦੇ ਆ ਪਬਲਿਕ ਦੇ ਵਿੱਚ, ਦੱਸਦੇ ਨੇ ਕਿ ਕੌਣ ਸੇ ਕੱਪੜੇ ਵਾਲੇ ਹੈ ਜੋ ਪਹਿਚਾਨੇ ਜਾਂਦੇ ਹੈ, ਸਪੈਸ਼ਲ ਇੱਕ ਕਮਿਊਨਿਟੀ ਨੂੰ ਇੱਕ ਟਾਰਗੇਟ ਕਰਦੇ ਨੇ ਆਪਦੀ ਸਪੀਚ ਦੇ ਵਿੱਚ। ਉਹ ਵੀ ਸਾਰਿਆਂ ਦੇ ਸਾਹਮਣੇ ਹੈ, ਆਪਦੀ ਗੱਲ ਕਹਿ ਕੇ ਕਿਤੇ ਜਾ ਨਹੀਂ ਸਕਦੇ, ਸਭ ਪਬਲਿਕ ਡੋਮੇਨ ਦੇ ਵਿੱਚ ਕਿਸ ਤਰੀਕੇ ਇੱਕ ਕਮਿਊਨਿਟੀ ਨੂੰ ਸਪੈਸ਼ਲ ਟਾਰਗੇਟ ਕਰਦੇ ਨੇ ਹਰ ਵਾਰ, ਉਹ ਵੀ ਸਾਰਿਆਂ ਦੇ ਸਾਹਮਣੇ ਹੈ। ਦੂਸਰੀ ਗੱਲ, ਇਹਨਾਂ ਨੇ ਫੈਕਟ ਦੀ ਗੱਲ ਕਰ ਰਹੇ ਆ ਕਿ ਲੋਕਪਾਲ ਨਹੀਂ ਆ ਰਿਹਾ, ਆਪਾਂ ਉਹਦੇ ਤੇ ਗੱਲ ਕਰਦੇ ਹਾਂ, ਜ਼ਰੂਰ ਕਰਦੇ ਹਾਂ। ਮੈਂ ਤਾਂ ਸਵਾਲ ਕੀਤਾ ਇਹਨਾਂ ਨੂੰ, ਤੁਸੀਂ 2 ਕਰੋੜ ਰੋਜ਼ਗਾਰ ਦੇਣਾ ਸੀ ਹਰ ਸਾਲ, ਉਹ ਕਿੱਥੇ ਹੈ? ਤੁਸੀਂ ਗੱਲ ਤਾਂ ਕਰੋ। ਤੁਸੀਂ ਰੇਲ ਵੇਚਤੀ, ਤੁਸੀਂ ਸੇਲ ਵੇਚਤੀ, ਤੁਸੀਂ LIC ਦਾ ਬੁਰਾ ਹਾਲ ਕਰਤਾ, BSNL ਦਾ ਬੁਰਾ ਹਾਲ ਕਰਤਾ, ਤੁਸੀਂ ਤੇ ਸਰਕਾਰੀ ਅਦਾਰੇ ਖਤਮ ਕਰ ਦਿੱਤੇ ਰੋਜ਼ਗਾਰ ਵਾਲੇ। ਆਪਾਂ ਉਹਦੇ ਤੇ ਗੱਲ ਕਰਦੇ ਆ, ਤੁਸੀਂ ਗੱਲ ਕਰੋ। ਤੁਸੀਂ ਕਿੰਨੀ ਰੋਜ਼ਗਾਰ ਜਨਰੇਟ ਕਰਨੇ ਸੀ, ਕਿੰਨੇ ਰੋਜ਼ਗਾਰ ਜਨਰੇਟ ਕਰ ਰਹੇ ਹੋ? ਕਿੰਨੀਆਂ ਕੰਪਨੀਆਂ ਹੁਣ ਤੱਕ ਇੰਡੀਆ ਛੱਡ ਕੇ ਜਾ ਚੁੱਕੀਆਂ ਨੇ ਸਰ, ਮਲਟੀਨੈਸ਼ਨਲ ਕੰਪਨੀਆਂ। ਆਪਾਂ ਉਹਦੇ ਤੇ ਗੱਲ ਕਰਦੇ, ਤੁਸੀਂ ਜਵਾਬ ਦਿਓ। ਤੁਹਾਡੀਆਂ ਗਲਤ ਨੀਤੀਆਂ ਕਰਕੇ ਵੱਡੀ ਜਿਹੜੇ ਕੰਪਨੀਆਂ ਹੈ ਇੰਡੀਆ ਛੱਡ ਕੇ ਜਾ ਚੁੱਕੀਆਂ ਨੇ, ਉਹ ਕਿਉਂ ਗਈਆਂ ਨੇ? ਉਹਦੇ ਤੇ ਜਵਾਬ ਦਿਓ। ਜੋ ਡਾਲਰ ਤੇ ਰੁਪਏ ਦਾ ਡਿਫਰੈਂਸ ਪੁੱਛਿਆ ਜਾਂਦਾ ਹੈ ਤਾਂ ਉਦੋਂ ਕਹਿੰਦੇ ਨੇ ਕਿ ਰੁਪਈਆ ਨਹੀਂ ਗਿਰ ਰਿਹਾ, ਡਾਲਰ ਵੱਧਦਾ ਪਿਆ। ਇਸ ਤਰੀਕੇ ਨਾਲ ਸਰ ਤਰਕ ਦੇ ਉੱਤੇ ਗੱਲ ਕਰਨਗੇ। ਅਸੀਂ ਕਹਿ ਰਹੇ ਹਾਂ ਕਿ ਕਰਨੀ ਹੈ ਗੱਲ, ਤਰਕ ਤੇ ਗੱਲ ਕਰ ਲਓ, ਤੁਸੀਂ ਮੁੱਦੇ ਤੇ ਗੱਲ ਕਰ ਲਓ। ਸਿੱਧੂ ਸਾਹਿਬ ਮੁੱਦੇ ਤੇ ਗੱਲ ਕਰਨ ਨੂੰ ਤਿਆਰ ਆ, ਤੁਸੀਂ ਗੱਲ ਤਾਂ ਕਰੋ। ਇਹ ਗੱਲ ਬੇਇਨਸਾਫੀ ਵਾਲੀ ਹੋ ਜਾਂਦੀ ਆ ਜੀ। ਤੁਹਾਡੇ ਵੱਲ ਵੀ ਸਿੱਖਾਂ ਜੀ ਮਾਨਾ ਹੈ, ਤੁਹਾਡੇ ਵੱਲ ਵੀ ਆਨਾ ਇੱਕ ਸੰਖੇਪ ਵਿੱਚ ਨਿੱਕਾ ਜਿਹਾ ਜਵਾਬ ਜਿਹੜਾ ਹੈਗਾ ਨਾਰੰਗ ਸਾਹਿਬ ਤੁਹਾਡੇ ਤੋਂ ਇਸ ਮੁੱਦੇ ਤੇ। ਸਿੱਧੂ ਸਾਹਿਬ, ਸਵਾਲ ਦੇ ਜਵਾਬ 'ਚ ਜੇ ਸਵਾਲ ਕਰਨਗੇ ਤਾਂ ਫਿਰ ਆਪਾਂ ਡਿਬੇਟ ਤੇ ਹੀ ਕਿਉਂ ਕੱਟਣਾ? ਆਪਾਂ ਜਿਹੜੇ ਮੁੱਦੇ ਅੱਜ ਸ਼ਸ਼ੀਵੀਰ ਜੀ ਉਠਾ ਰਹੇ ਨੇ ਉਹਨਾਂ ਤੇ ਵੱਖਰੀ ਡਿਬੇਟ ਰੱਖ ਲਓ, ਉਹਦਾ ਜਵਾਬ ਦੇ ਦਿਆਂਗੇ। ਜਿਹੜੇ ਇਸ ਵੇਲੇ ਦੇ ਮੁੱਦੇ ਨੇ ਫੌਜਾ ਸਿੰਘ ਸਰਾਰੀ ਤੇ, ਕਿਉਂ ਨਹੀਂ ਜਵਾਬ ਦਿੰਦੇ ਸ਼ਸ਼ੀਵੀਰ ਜੀ? ਤੁਸੀਂ ਇਹਨਾਂ ਮੁੱਦਿਆਂ ਦੀ ਗੱਲ ਕਰ ਚੁੱਕੇ ਹੋ। ਰਾਜਨੀਤੀ ਤੇ ਤਾਂ ਫੇਰ ਚਲਾਂਗੇ, ਪਹਿਲਾਂ ਪੰਜਾਬ 'ਚ ਤਾਂ ਜਵਾਬ ਦੇ ਲਓ। ਆਪਾਂ ਜਵਾਬ ਲੈਣੇ, ਭ੍ਰਿਸ਼ਟਾਚਾਰੀ ਨੂੰ ਕਿਉਂ ਕੈਬਨਿਟ 'ਚ ਰੱਖਿਆ ਹੋਇਆ? ਆਪਾਂ ਬਾਕੀ ਮਹਿਮਾਨਾਂ ਤੋਂ ਵੀ ਸਵਾਲ ਲੈ ਲਈਏ, ਬਾਕੀ ਆਪਾਂ ਫਿਰ ਇਹਨਾਂ ਮੁੱਦਿਆਂ ਤੇ ਜਵਾਬ ਵੀ ਲਵਾਂਗੇ। ਬਿਲਕੁਲ ਤੁਹਾਡਾ ਵਿਊ ਪੁਆਇੰਟ ਆ ਗਿਆ। ਸਿੱਖਾਂ ਜੀ, ਤੁਸੀਂ ਆਪਣੀ ਗੱਲ ਕਹਿਣਾ ਚਾਹੁੰਦੇ ਸੀ, ਕਾਂਗਰਸ ਦੇ ਉੱਤੇ ਵੀ ਆਪਨੇ ਕਟਾਕਸ ਕਸੇ ਹੈ? ਦੇਖੋ ਜੀ, ਆਪਾਂ ਨੂੰ ਪਹਿਲਾਂ ਤਾਂ ਜਿਹੜੀ ਗੱਲ ਹੈ, ਅੱਜ ਜਿਹੜਾ ਮੁੱਦਾ ਉਹਦੇ ਤੇ ਗੱਲ ਕਰਨੀ ਚਾਹੀਦੀ ਹੈ। ਜਿਹੜੀ ਅਰਵਿੰਦ ਕੇਜਰੀਵਾਲ ਨੇ ਇਹ ਅੱਜ ਮੁੱਦਾ ਖੜਾ ਕੀਤਾ ਹੈ ਇਸ ਵਿਸ਼ੇ ਤੇ, ਕਿਉਂਕਿ ਇਹਨਾਂ ਨੇ ਇੱਕ ਹਲਫਨਾਮਾ ਜਾਰੀ ਉੱਥੇ ਦਿੱਤਾ ਹੋਇਆ ਹੈ ਇਲੈਕਸ਼ਨ ਕਮਿਸ਼ਨ ਨੂੰ ਕਿ ਇਹ ਅਸੀਂ ਧਰਮ ਨਿਰਪੱਖ ਪਾਰਟੀ ਹਾਂ। ਔਰ ਅੱਜ ਇਹਨਾਂ ਨੇ ਗੁਜਰਾਤ ਦਾ ਇਲੈਕਸ਼ਨ ਚੱਲਦਾ ਹੋਣ ਦੇ ਬਾਵਜੂਦ ਇਹ ਬਿਆਨ ਦਿੱਤਾ ਹੈ, ਇੱਕ ਧਾਰਮਿਕ ਭਾਵਨਾਵਾਂ ਵਾਲਾ ਬਿਆਨ ਦਿੱਤਾ ਹੈ। ਔਰ ਮੈਂ ਇਹਨਾਂ ਪਹਿਲਾਂ ਤਾਂ ਇਹਨਾਂ ਦੀ ਜਿਹੜੀ ਚੋਣ ਮਾਨਤਾ ਰੱਦ ਹੋਣੀ ਚਾਹੀਦੀ ਹੈ ਇਲੈਕਸ਼ਨ ਕਮਿਸ਼ਨ ਨੂੰ, ਮੈਂ ਇਸ ਗੱਲ ਦੀ ਬੇਨਤੀ ਕਰਦਾ। ਸੋ ਦੂਸਰੀ ਗੱਲ, ਜਿਹੜੀ ਸਾਡੀ ਪਾਰਟੀ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਵੀ ਇਹ ਕਈ ਵਾਰ ਗੱਲ ਕਹੀ ਹੈ, ਇਹਨਾਂ ਨੇ BR ਅੰਬੇਦਕਰ ਦੀ ਫੋਟੋ ਲਾਈ ਮਗਰ, ਔਰ ਇੱਕ ਵੀ ਬੰਦਾ ਇਹਨਾਂ ਨੇ ਰਾਜ ਸਭਾ ਦੇ ਵਿੱਚ ਕਿਸੇ ਦਲਿਤ ਨੂੰ ਨਹੀਂ ਭੇਜਿਆ। 7 ਬੰਦੇ ਰਾਜ ਸਭਾ ਦੇ ਵਿੱਚ ਭੇਜੇ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ, ਉਹਨਾਂ 'ਚ ਇੱਕ ਵੀ ਦਲਿਤ ਨਹੀਂ ਗਿਆ। ਉਸ ਤੋਂ ਬਾਅਦ ਇਹਨਾਂ ਨੇ ਕਿੰਨੇ ਆਪਣੇ ਸਟੇਟ ਲੈਵਲ ਦੇ ਬੋਰਡ ਤੇ ਕਾਰਪੋਰੇਸ਼ਨਾਂ ਦੇ ਚੇਅਰਮੈਨ ਲਾਏ ਆ, ਉਹਨਾਂ ਦੇ ਵਿੱਚ ਇੱਕ ਵੀ ਬੰਦਾ ਇਹਨਾਂ ਨੇ ਦਲਿਤ ਨਹੀਂ ਲਾਇਆ। ਔਰ ਜਦੋਂ ਕਿ ਅਸੀਂ 25% ਤੋਂ ਜ਼ਿਆਦਾ ਜਿਹੜੀ ਉਹਨਾਂ ਦੀ ਰਿਜ਼ਰਵੇਸ਼ਨ ਹੈ ਉਹ ਉਹਨਾਂ ਦਾ ਅਧਿਕਾਰ ਮਾਰਿਆ। ਫਿਰ ਇਹਨਾਂ ਨੇ ਕਿਹਾ ਸੀ ਵੀ ਔਰਤਾਂ ਨੂੰ ਅਸੀਂ 1000 ਰੁਪਇਆ ਮਹੀਨਾ ਦਿਆਂਗੇ। ਉਹ 1000 ਰੁਪਇਆ ਮਹੀਨਾ ਤਾਂ ਕੀ ਦੇਣਾ ਸੀ? ਔਰਤਾਂ ਦੇ ਲਈ 50% ਰਿਜ਼ਰਵੇਸ਼ਨ ਕਾਂਗਰਸ ਪਾਰਟੀ ਨੇ ਕੀਤੀ ਹੈ ਸਾਰੀਆਂ ਪੰਚਾਇਤਾਂ ਦੇ ਵਿੱਚ ਵੀ, ਪਰ ਗੱਲ ਪੂਰੀ ਹੋਣ ਦਿਓ ਜੀ, ਗੱਲ ਪੂਰੀ ਹੋਣ ਦਿਓ। ਔਰ 50% ਹੋਣਾ ਚਾਹੀਦਾ ਸੀ ਰਾਜ ਸਭਾ ਦੇ ਵਿੱਚ ਵੀ ਤੇ ਬੋਰਡ ਕਾਰਪੋਰੇਸ਼ਨਾਂ ਦੇ ਵਿੱਚ ਵੀ। ਕਿਸੇ ਔਰਤ ਨੂੰ ਨਹੀਂ ਇਹਨਾਂ ਨੇ ਲਾਇਆ। ਔਰ ਇਹ ਸਿਰਫ ਤੇ ਸਿਰਫ ਮੁੱਦਿਆਂ ਨੂੰ ਭੜਕਾਉਣ ਦੀਆਂ ਗੱਲਾਂ ਹੈ। ਇਹ ਕਦੇ ਕਿਸੇ ਦੇਵੀ ਦੇਵਤੇ ਦਾ ਨਾਂ ਲੈਤਾ,
ਕਦੇ ਕਿਸੇ ਸਾਡੇ ਨੈਸ਼ਨਲ ਹੀਰੋ ਦਾ ਜਿਵੇਂ ਸ਼ਹੀਦ ਭਗਤ ਸਿੰਘ ਦਾ ਨਾਮ ਲੈਤਾ, ਕਦੇ BR ਅੰਬੇਦਕਰ ਜੀ ਦਾ ਨਾਮ ਲੈਤਾ। BR ਅੰਬੇਦਕਰ ਜੀ ਵੀ ਸਾਡੇ ਸੀ ਕਾਂਗਰਸ ਪਾਰਟੀ ਦੇ ਲਾਅ ਮਿਨਿਸਟਰ ਰਹੇ ਸੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ ਵਜ਼ਾਰਤ ਦੇ ਵਿੱਚ। ਸੋ ਇਹ ਸਿਰਫ ਤੇ ਸਿਰਫ ਲੋਕਾਂ ਨੂੰ ਭੜਕਾਉਣ ਦੀਆਂ ਗੱਲਾਂ ਕਰਦੇ ਆ। ਕਮਲ ਜੀ ਉਹ ਕਹਿੰਦੇ ਜੇ ਅਰਥ ਵਿਵਸਥਾ ਮਜ਼ਬੂਤ ਹੋਏਗੀ, ਤੁਹਾਨੂੰ ਕੀ ਇਤਰਾਜ਼ ਆ? ਉਹ ਕਹਿੰਦੇ ਅਰਥ ਵਿਵਸਥਾ ਮਜ਼ਬੂਤ ਹੋਣ ਲਈ ਕੀਤਾ ਗਿਆ ਹੈ। ਦੇਖੋ ਮੈਂ ਤਾਂ ਇਹ ਕਹਿਣਾ ਕਿ ਇਹ ਲੋਕਤੰਤਰ ਦੇ ਵਿੱਚ ਬਹੁਤ ਵੱਡਾ ਖਤਰਾ ਹੈ ਲੋਕਤੰਤਰ ਦੇ ਲਈ। ਜੇ ਧਰਮ ਨਿਰਪੱਖਤਾ ਨਹੀਂ ਰਹੂਗੀ ਤੇ ਲੋਕਤੰਤਰ ਨਹੀਂ ਰਹਿਣਾ। ਫਿਰ ਤਾਂ ਜਿਹੜੀ ਅਸੀਂ ਭੜਕਾ ਕੇ ਤੇ ਜਿਹੜੀ ਬਹੁ ਗਿਣਤੀ ਹੈ ਉਹਨਾਂ ਦੀ ਸਰਕਾਰ ਬਣਿਆ ਕਰੂਗੀ। ਫਿਰ ਜਿਹੜੇ ਬਾਕੀ ਲੋਕ ਆ ਉਹਨਾਂ ਨੂੰ ਕਿਵੇਂ ਮੌਕਾ ਮਿਲੂਗਾ? ਲੋਕਤੰਤਰ ਨੂੰ ਜੇ ਰੱਖਣਾ ਹੈ ਉਹਦੇ ਲਈ ਧਰਮ ਨਿਰਪੱਖਤਾ ਬਹੁਤ ਜ਼ਰੂਰੀ ਹੈ। ਔਰ ਸਾਡਾ ਸੰਵਿਧਾਨ, ਇਸ ਗੱਲ ਨਾਲ ਸੰਵਿਧਾਨ ਖਤਰੇ 'ਚ ਪੈ ਗਿਆ। ਔਰ ਇਹ ਕਿਉਂਕਿ RSS ਦੀ B ਟੀਮ ਹੈ, RSS ਦੇ ਏਜੰਡੇ ਨੂੰ ਹੀ ਕੇਜਰੀਵਾਲ ਅੱਗੇ ਵਧਾ ਰਿਹਾ। ਭਾਰਤੀ ਜਨਤਾ ਪਾਰਟੀ ਵੱਲੋਂ ਇਹਨੂੰ ਪੈਸੇ ਮਿਲਦੇ ਆ, ਉਹਨਾਂ ਦੇ ਜਿਹੜੇ ਕਾਰਪੋਰੇਟ ਵਾਲੇ ਚੈਨਲ ਆ ਉਹੀ ਸਾਰੇ ਇਹਨੂੰ ਕਵਰ ਕਰਦੇ ਆ। ਇਹ ਮੋਦੀ ਵਰਸਸ ਕੇਜਰੀਵਾਲ ਬਣਾਉਣਾ ਚਾਹੁੰਦੇ ਆ ਤਾਂ ਕਿ ਬਾਕੀ ਪਾਰਟੀਆਂ ਵਿੱਚੋਂ ਨਿਕਲ ਜਾਣ। ਇਹ ਰਾਜਨੀਤੀ ਦੇ ਵਿੱਚ ਦੋ ਚਿਹਰੇ ਨੇ, ਮੋਦੀ ਵਰਸਸ ਕੇਜਰੀਵਾਲ। ਤੁਸੀਂ ਬਿਲਕੁਲ ਆਪਣੀ ਸਟਰੋਂਗਲੀ ਗੱਲ ਕਹਿਤੀ। ਸ਼ਸ਼ੀਵੀਰ ਜੀ ਮਾਨਾ ਤੁਹਾਡੇ ਵੱਲ, ਮੈਂ ਅਕਾਲੀ ਦਲ ਦੇ ਸਪੋਕਸਪਰਸਨ ਉਹ ਵੀ ਕਾਫੀ ਦੇਰ ਦੇ ਇੰਤਜ਼ਾਰ ਕਰ ਰਹੇ, ਫਿਰ ਉਹਨਾਂ ਦਾ ਵੀ ਆਪਾਂ ਕਮੈਂਟ ਲੈਣਾ ਬਣਦਾ। ਤੁਸੀਂ ਇਕੱਠੇ ਹੀ ਜਵਾਬ ਦਿਓ ਇਸ ਮੁੱਦੇ ਤੇ। ਜੀ ਮਠਾੜੂ ਸਾਹਿਬ, ਬਾਰ-ਬਾਰ ਜਿਹੜਾ ਹੈਗਾ ਆਪ ਵੱਲੋਂ ਕਿਹਾ ਜਾ ਰਿਹਾ ਕਿ ਇਸ ਦਾ ਵਿਕਾਸ ਦੀ ਗੱਲ ਕਰਦੇ ਹਾਂ, ਏਜੰਡੇ ਦੀ ਗੱਲ ਕਰਦੇ ਹਾਂ। ਇਹ ਦੂਜੀਆਂ ਧਿਰਾਂ ਹੈ ਜਿਹੜੀਆਂ ਜਾਣਬੁੱਝ ਕੇ ਚੋਣਾਂ ਦੇ ਮੱਦੇਨਜ਼ਰ ਆਪ ਦੇ ਉੱਤੇ ਇਸ ਤਰ੍ਹਾਂ ਦੇ ਹਮਲੇ ਕਰ ਰਹੀਆਂ। ਮੈਂ ਸਿੱਧੂ ਸਾਹਿਬ ਇੱਕ ਗੱਲ ਕਹਿਣੀ ਚਾਹੂੰਗਾ, ਵੈਸੇ ਮੈਨੂੰ ਕਹਿਣੀ ਨਹੀਂ ਚਾਹੀਦੀ। ਸਾਡੇ ਸ਼ਸ਼ੀਵੀਰ ਜੀ ਬਾਰ-ਬਾਰ ਇੱਕ ਗੱਲ ਕਹਿ ਰਹੇ ਆ ਕਿ ਅਰਵਿੰਦ ਕੇਜਰੀਵਾਲ ਦੀ ਤੁਸੀਂ ਪੂਰੀ ਸਟੇਟਮੈਂਟ ਸੁਣੋ। ਮੈਂ ਪੂਰੀ ਸਟੇਟਮੈਂਟ ਸੁਣੀ ਆ। ਉਹਨਾਂ ਨੇ ਪਤਾ ਕੀ ਕਿਹਾ? ਉਹਨਾਂ ਨੇ ਕਿਹਾ कि मैं दिवाली की पूजा कर रहा था, जब मैं पूजा कर रहा था अचानक मुझे ख्याल आया कि अगर लक्ष्मी जी की और श्री गणेश जी की उसके ऊपर फोटो लगा दी जाए करेंसी के ऊपर तो देश बड़ा जड़ा फाइनेंशियली तौर पे ऊपर चला जाएगा। मैं एक गल पुछनी चाहना आम आदमी पार्टी वालियां नूं और अरविंद केजरीवाल वालियां नूं। वैसे तो कह रहे कि उन्हों का निजी विचार है, पता नहीं पार्टी का विचार है कि अरविंद केजरीवाल का निजी, कि श्री गणेश जी और लक्ष्मी माता जी जिहड़े हैगे है ਇਹ ਅਰਵਿੰਦ ਕੇਜਰੀਵਾਲ ਇਹ ਨਹੀਂ ਮੰਨਦੇ ਕਿ ਉਹਨਾਂ ਦੀ ਜਿਹੜੀ ਕਿਰਪਾ ਹੈਗੀ ਹੈ ਹੁਣ ਆਪਣੇ ਦੇਸ਼ ਦੇ ਉੱਪਰ ਨਹੀਂ ਹੈਗੀ। ਜਿੰਨੀ ਦੇਰ ਆਪਾਂ ਫੋਟੋ ਨਹੀਂ ਲਗਾਵਾਂਗੇ ਕਿ ਉਹਨਾਂ ਦੀ ਕਿਰਪਾ ਨਹੀਂ ਹੋਏਗੀ। ਇਹਨਾਂ ਨੇ ਇੰਨਾ ਮਤਲਬ ਦੇਵੀ ਦੇਵਤੇ ਜਿਹੜੇ ਸਾਡੇ ਸਤਿਕਾਰਯੋਗ ਹੈਗੇ, ਮਾਨਯੋਗ ਹੈਗੇ, ਕਿ ਉਹਨਾਂ ਨੂੰ ਇੰਨੀ ਛੋਟੀ ਸੋਚ ਦਾ ਮਾਲਕ ਬਣਾ ਦਿੱਤਾ ਬਈ ਅਗਰ ਤੁਸੀਂ ਫੋਟੋ ਉਹਦੇ ਤੇ ਲਗਾਓਗੇ ਕਰੰਸੀ ਤੇ ਫਿਰ ਉਹ ਸਾਡੇ ਤੇ ਜਿਹੜੀ ਹੈਗੀ ਹੈ ਰਹਿਮਤ ਕਰਨਗੇ, ਅਦਰਵਾਈਜ਼ ਨਹੀਂ ਰਹਿਮਤ ਕਰਨਗੇ। ਸੋ ਇਹ ਲੋਕ ਹੈਗੇ ਜਵਾਬ ਲੈ ਲਈਏ ਆਪਾਂ। ਸ਼ਸ਼ੀਵੀਰ ਜੋ ਜਵਾਬ ਲੈ ਲਈਏ, ਸਵਾਲ ਹੋਏਗਾ ਫਿਰ ਮੈਂ ਜ਼ਰੂਰ ਤੁਹਾਡੇ ਵੱਲ ਵੀ ਆਵਾਂਗਾ। ਸ਼ਸ਼ੀਵੀਰ ਜੀ, ਜਿਹੜਾ ਹੈਗਾ ਕਾਂਗਰਸ ਵੱਲੋਂ ਵੀ ਕਿਹਾ ਜਾ ਰਿਹਾ, ਹੁਣ ਅਕਾਲੀ ਦਲ ਦੇ ਬੁਲਾਰੇ ਵੀ ਇਹ ਕਹਿ ਰਹੇ ਕਿ ਆਪਾਂ ਧਰਮ ਦੇ ਮਾਮਲੇ ਨੂੰ ਜਾਣਬੁੱਝ ਕੇ ਇਸ ਮਾਮਲੇ 'ਚ ਘਸੀਟ ਰਹੇ ਹਾਂ, ਔਰ ਮਠਾੜੂ ਜੀ ਦਾ ਕਹਿਣਾ ਹੈ ਤਾਂ ਉਲਟਾ ਸਗੋਂ ਦੇਵੀ ਦੇਵਤਿਆਂ ਦਾ ਅਪਮਾਨ ਕਰਨ ਵਾਲੀ ਗੱਲ ਕੀਤੀ ਜਾ ਰਹੀ ਹੈ ਆਪ ਵੱਲੋਂ। ਸਰ ਜਾਣਬੁੱਝ ਕੇ ਸਿਰਫ ਆਪੋਜੀਸ਼ਨ ਪਾਰਟੀਆਂ ਲੈ ਕੇ ਆ ਰਹੀ ਹੈ ਮੁੱਦੇ ਨੂੰ, ਕਿਉਂਕਿ ਸਾਡਾ ਮੁੱਦਾ ਪਹਿਲੇ ਡੇ 1 ਤੋਂ ਕਲੀਅਰ ਹੈ। ਸਾਡਾ ਮੁੱਦਾ, ਅਸੀਂ ਹਸਪਤਾਲ ਦੀ ਗੱਲ ਕੀਤੀ, ਸਕੂਲ ਦੀ ਗੱਲ ਕੀਤੀ, ਅਸੀਂ ਗੁਜਰਾਤ ਇਲੈਕਸ਼ਨ, ਹਿਮਾਚਲ ਇਲੈਕਸ਼ਨ ਦੇ ਦੇਖ ਲੈਣ, ਤੁਸੀਂ ਵੀ ਸਰ ਫੋਲੋ ਕਰ ਰਹੇ ਹੋ, ਉੱਥੇ ਵੀ ਅਸੀਂ ਚੰਗੇ ਹਸਪਤਾਲ ਦਾ ਵਾਅਦਾ ਕਰ ਰਹੇ ਹਾਂ, ਚੰਗਾ ਅਸੀਂ ਸਿਸਟਮ ਦੀ ਗੱਲ ਕਰ ਰਹੇ ਹਾਂ, ਚੰਗੇ ਸਕੂਲਾਂ ਦੀ ਗੱਲ ਕਰ ਰਹੇ ਹਾਂ, ਦੂਸਰੀ ਗੱਲ ਨਹੀਂ ਕਰ ਰਹੇ। ਤੀਸਰੀ ਗੱਲ, ਜਿਸ ਤਰੀਕੇ ਲੈ ਕੇ ਆ ਰਹੇ ਨੇ ਕੰਟਰੋਵਰਸੀ ਸਿਰਫ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਦੱਸਣਾ ਚਾਹੁੰਦਾ ਕਿ ਹੁਣ ਕਾਂਗਰਸ ਦੇ ਜਿਹੜੇ ਬੁਲਾਰੇ ਸੀਗੇ ਉਹਨਾਂ ਨੇ ਇੱਕ ਗੱਲ ਕਹੀ ਕਿ ਬੀਜੇਪੀ ਕੋਲੋਂ ਇਹਨਾਂ ਨੂੰ ਪੈਸੇ ਮਿਲਦੇ ਆ। ਸਾਨੂੰ ਤਾਂ ਪਤਾ ਨਹੀਂ, ਜਿੰਨੇ MLA ਹੈ ਬੀਜੇਪੀ ਨੂੰ ਵੇਚ ਚੁੱਕੇ ਨੇ, ਇਹ ਜ਼ਰੂਰ ਪੈਸੇ ਲੈ ਚੁੱਕੇ ਨੇ ਹੁਣ ਤੱਕ। ਕੀ ਰੇਟ ਦੇ ਉੱਤੇ MLA ਵੇਚੇ ਨੇ, ਕਿਹੜੀ ਸਪੀਡ ਨਾਲ MLA ਵੇਚੇ, ਉਹ ਵੀ ਸਾਰੇ ਸਾਹਮਣੇ, ਕਿਸ ਤਰੀਕੇ ਇਹਨਾਂ ਨੇ ਬੀਜੇਪੀ ਸਰਕਾਰ ਆਪਦੀ ਸਪੋਰਟ ਆਪਣੇ MLA ਦੇ ਨਾਲ ਪੜਾਈ ਹੈ। ਸ਼ਸ਼ੀਵੀਰ ਜੀ, ਮੈਂ ਤੁਹਾਡੇ ਤੋਂ ਫੇਰ ਜਿਹੜਾ ਇਸ ਮੁੱਦੇ ਤੇ, ਜੀ ਮਠਾੜੂ ਸਾਹਿਬ ਮੇਰਾ ਪੱਖ ਲੈ ਲਓ। ਸਿੱਧੂ ਸਾਹਿਬ, ਇੱਕ ਗੱਲ ਤਾਂ ਪਹਿਲੀ ਮੈਂ ਹਮੇਸ਼ਾ ਕਹਿਣਾ ਕਿ ਇਹ ਲੋਕ ਜਿਹੜੇ ਹੈਗੇ ਝੂਠੇ ਲੋਕ ਹੈ। ਦੇਖੋ ਇਹ ਗੱਲ ਕਰਦੇ ਨਾ ਡਿਵੈਲਪਮੈਂਟ ਦੀ, ਔਰ ਗੱਲ ਕਰਦੇ ਤਰੱਕੀਆਂ ਦੀ, ਔਰ ਇਹ ਕਹਿੰਦੇ ਕੰਮ ਦੀ ਗੱਲ। ਮੈਂ ਇਹਨਾਂ ਦੇ ਕੰਮ ਦੀ ਗੱਲ ਕਰ ਲੈਣਾ। ਇਹਨਾਂ ਨੇ ਕਿੱਦਾਂ ਝੂਠ ਬੋਲਿਆ। ਇਹਨਾਂ ਦੇ ਫਾਈਨਾਂਸ ਮਿਨਿਸਟਰ ਹਰਪਾਲ ਚੀਮਾ ਜੀ ਨੇ, ਉਹਨਾਂ ਨੇ ਗਲਤ ਅੰਕੜੇ ਜਾਰੀ ਕੀਤੇ। 23% ਕਹਿੰਦੇ GST ਵੱਧ ਗਿਆ, 21% ਜਿਹੜਾ ਹੈਗਾ ਐਕਸਾਈਜ਼ ਡਿਊਟੀ ਵੱਧ ਗਈ, ਔਰ ਚੌਥਾ ਹਿੱਸਾ ਪੂਰੀ ਫੁੱਲ ਆਮਦਨ ਦਾ ਵੱਧ ਗਿਆ। ਔਰ ਇਹਨਾਂ ਨੇ ਅੱਜ ਤੱਕ 11,464.68 ਕਰੋੜ ਰੁਪਇਆ ਕਰਜ਼ਾ ਲਿਆ। ਔਰ ਗੱਲ ਕਿੱਥੇ ਆ? ਜਿਹੜੀ ਕੈਗ ਦੀ ਰਿਪੋਰਟ ਆਈ ਹੈ, CAG ਦੀ ਰਿਪੋਰਟ ਆਈ, ਉਹ ਕੀ ਕਹਿ ਰਹੀ ਹੈ? ਉਹ ਕਹਿ ਰਹੀ ਹੈ 7803 ਜਿਹੜਾ ਹੈਗਾ ਕਰੋੜ ਰੁਪਇਆ ਹੈਗਾ ਉਹ ਵਿਆਜ ਦੇ ਵਿੱਚ ਜਾ ਰਿਹਾ ਹੈ। ਔਰ ਜਿਹੜੀ ਸ਼ਰਾਬ ਦੀ ਡਿਊਟੀ ਥੋੜੀ ਵਧੀ ਹੈ, 0.02 ਵਾਧਾ ਹੋਇਆ। GST ਜਿਹੜਾ ਇਹ ਕਹਿੰਦੇ ਵਧਿਆ, ਉਹ 3.3% ਜਿਹੜੀ ਉਹਦੀ ਆਮਦਨ ਘਟੀ। ਜ਼ਮੀਨੀ ਆਮਦਨ ਜਿਹੜਾ ਹੈਗਾ ਉਹ ਹੈਗਾ 17% ਕਮੀ ਆਈ ਹੈ। ਪੈਟਰੋਲ ਆਮਦਨ ਦੇ ਵਿੱਚ
ਸਟੈਂਪ ਡਿਊਟੀ ਦੇ ਵਿੱਚ ਜਿਹੜੀ ਹੈਗੀ 2% ਕਮੀ ਆਈ ਹੈ। ਔਰ ਇਹ ਲੋਕ ਝੂਠ ਦੀ ਨਾਲ ਰਾਜਨੀਤੀ ਕਰ, ਇਹਨਾਂ ਨੂੰ ਪਤਾ ਕਿ ਆ ਜਿਹੜੀ ਐਂਗਲ ਤੋਂ ਤੁਸੀਂ ਗੱਲ ਕਹਿਣਾ ਚਾਹੁੰਦੇ ਹੋ, ਤੁਹਾਡੀ ਗੱਲ ਆ ਗਈ। ਮੈਨੂੰ ਕਿਰਪਾ ਕਰਕੇ ਪੂਰਾ ਕਰ ਲੈਣ ਦਿਓ। ਇਹ ਅਰਵਿੰਦ ਕੇਜਰੀਵਾਲ ਨੇ ਜਿਹੜੀ ਪੰਜਾਬ ਦਾ ਝੂਠ ਨੰਗਾ ਹੋ ਗਿਆ, ਚੁੱਕ ਕੇ ਇਹ ਜਿਹੜੀ ਧਾਰਮਿਕ ਸਟੇਟਮੈਂਟ ਦੇਤੀ, ਉਹਨਾਂ ਨੇ ਧਾਰਮਿਕ ਸਟੇਟਮੈਂਟ ਜਾਣ ਕੇ ਦਿੱਤੀ ਹੈ। ਅਗਰ ਮੁੱਦਿਆਂ ਤੇ ਗੱਲ ਕਰਨੀ ਹੈ, ਜਦੋਂ ਮਰਜ਼ੀ ਮੁੱਦਿਆਂ ਤੇ ਡਿਬੇਟ ਰੱਖ ਲਓ। ਕੀ ਕੰਮ ਕੀਤੇ ਇਹਨਾਂ ਨੇ ਇਸ ਹਿਸਾਬ ਨਾਲ? ਆਪਾਂ ਫੇਰ ਆ ਜਾਾਂਗੇ, ਆਪਾਂ ਫੇਰ ਆਵਾਂਗੇ ਇਸ ਮੁੱਦੇ ਤੇ। ਮਠਾੜੀ ਤੁਹਾਡੀ ਗੱਲ ਆ ਗਈ। ਕਰੋੜ ਰੁਪਏ ਕਰਜ਼ਾ ਲੈਣਗੇ ਔਰ ਪੂਰੇ 5 ਸਾਲਾਂ 'ਚ 1 ਲੱਖ ਰੁਪਏ ਕਰਾਂਗੇ ਔਰ ਡਿਵੈਲਪਮੈਂਟ 1 ਰੁਪਏ ਦੀ ਨਹੀਂ ਕੀਤੀ ਹਾਲੇ ਤੱਕ। ਇਹਨਾਂ ਨੇ ਕੀਤਾ ਕੀ ਹੈ? ਤੁਸੀਂ ਆਪਣੀ ਗੱਲ ਕਹਿ ਲਈ ਮਠਾੜੀ ਸਾਹਿਬ, ਮਿਹਰਬਾਨੀ। ਮਠਾੜੀ ਸਾਹਿਬ ਸਮਾਂ ਆਜ਼ਾਦ ਨਹੀਂ ਦੇ ਰਿਹਾ, ਆਪਾਂ ਸ਼ਸ਼ੀਵੀਰ ਜੀ ਤੋਂ ਜਵਾਬ ਹੀ ਲੈ ਲਈਏ। ਸ਼ਸ਼ੀਵੀਰ ਜੀ, ਜਦੋਂ ਆਪਾਂ ਵਿਕਾਸ ਦੀ ਗੱਲ ਕਰਦੇ ਹਾਂ, ਉਹਨਾਂ ਨੇ ਅੰਕੜਿਆਂ ਨਾਲ ਦੱਸੀ ਹੈ ਇਹ ਗੱਲ ਕਿ ਪੰਜਾਬ 'ਚ ਕਿਸ ਤਰ੍ਹਾਂ ਦੇ ਦਾਅਵੇ ਝੂਠੇ ਕੀਤੇ ਗਏ, ਅੰਕੜੇ ਤੇ ਹੇਠਾਂ ਜਾ ਰਹੇ। ਆਪਾਂ ਕਿਸ ਇਕਨੋਮੀ ਦੀ ਗੱਲ ਕਰਦੇ ਹਾਂ? ਮੜੋ ਸਾਹਿਬ ਜਿਹੜੇ ਆંકੜੇ ਲੈ ਕੇ ਬੈਠੇ ਨੇ, ਕੈਗ ਦੀ ਰਿਪੋਰਟ ਲੈ ਕੇ ਬੈਠੇ ਨੇ। ਪਹਿਲੀ ਗੱਲ ਤਾਂ ਇੱਕ ਚੀਜ਼ ਕਲੀਅਰ ਕਰਨ, ਕੈਗ ਕਦੇ ਵੀ 6 ਮਹੀਨੇ ਦੀ ਰਿਪੋਰਟ ਨਹੀਂ ਦਿੰਦੀ, ਕੈਗ ਹਮੇਸ਼ਾ 1 ਸਾਲ ਦੀ ਰਿਪੋਰਟ ਦਿੰਦੀ ਹੈ। ਅਸੀਂ ਤੁਹਾਨੂੰ ਆਪਦੇ 6 ਮਹੀਨੇ ਦੇ ਆંકੜੇ ਦੱਸੇ, 3 ਮਹੀਨੇ ਦੇ ਆંકੜੇ ਦੱਸੇ ਨੇ। ਪਿਛਲੀਆਂ ਸਰਕਾਰਾਂ ਇਹਨਾਂ ਨੇ ਲੋਨ ਦੀ ਗੱਲ ਕੀਤੀ ਹੈ, ਭੁੱਲ ਗਏ 10 ਸਾਲ ਦਾ ਸਮਾਂ ਇਹਨਾਂ ਨੇ ਹੰਡਾਇਆ। 2 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਸਿਰ ਤੇ ਚੜਾਇਆ ਇਹਨਾਂ ਨੇ। ਉਹ ਜਿਹੜਾ ਕਰਜ਼ਾ ਲੋਕਾਂ ਨੇ ਨਹੀਂ ਚੜਾਇਆ, ਪੰਜਾਬ ਦੇ ਲੋਕਾਂ ਨੇ ਚੜਾਇਆ, ਉਹ ਇਹਨਾਂ ਦੀ ਗਲਤ ਨੀਤੀਆਂ ਕਰਕੇ, ਗਲਤ ਸਿਸਟਮ ਦੇ ਕਰਕੇ ਚੜਿਆ। ਇਹਨਾਂ ਕਹਿੰਦੇ ਕੀਤਾ ਕੀ ਆਮ ਆਦਮੀ ਪਾਰਟੀ ਸਰਕਾਰ ਨੇ? ਰੋਜ਼ਗਾਰ ਦਿੱਤਾ ਹੈ ਸਰ। ਰੋਜ਼ਗਾਰ ਦਾ ਡਾਟਾ ਤੁਹਾਨੂੰ ਤੁਹਾਡੇ ਸਾਰੇ ਸਾਹਮਣੇ 20,000 ਪਲੱਸ ਰੋਜ਼ਗਾਰ ਆਮ ਆਦਮੀ ਪਾਰਟੀ ਸਰਕਾਰ ਨੇ ਵੰਡਿਆ ਸਰ। ਉਸ ਤੋਂ ਬਾਅਦ ਰੋਜ਼ਗਾਰ ਤੋਂ ਇਲਾਵਾ 20,000 ਤੋਂ ਪਲੱਸ ਜਿਹੜੀ ਸਰਕਾਰੀ ਨੌਕਰੀ ਹੈ, ਜਿਹਦੇ ਲਈ ਲੋਕ ਬੱਚੇ ਆਲਰੇਡੀ ਜਾਂ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ। ਰੋਜ਼ਗਾਰ ਆ ਰਿਹਾ, ਚੰਗੇ ਜਿਹੜੇ ਅਸੀਂ ਮੁਹੱਲਾ ਕਲੀਨਿਕ ਸਿੱਧੇ ਜਿਹੜੇ ਆਲਰੇਡੀ ਵਰਕ ਕਰਦੇ ਪਏ ਨੇ ਗਰਾਊਂਡ ਲੈਵਲ ਦੇ ਉੱਤੇ, ਉਹ ਕੰਮ ਇਹਨਾਂ ਲਈ ਮੈਂ ਓਪਨ ਚੈਲੰਜ ਕਰਦਾ। ਤੁਸੀਂ ਆਪਦੇ 7 ਮਹੀਨਿਆਂ ਦਾ ਕੰਮ ਲੈ ਆਓ, 7.5 ਮਹੀਨਿਆਂ ਦਾ ਕੰਮ ਨਾਲ ਕੰਪੇਅਰ ਕਰ ਲਓ। ਅਸੀਂ ਤੁਹਾਡੀ ਦੋਨਾਂ ਦੀ ਗੱਲ ਆ ਗਈ ਆ, ਦੋਨਾਂ ਦਾ ਵਿਊਪੁਆਇੰਟ ਆ ਗਿਆ। ਬਹੁਤ ਬਿਹਤਰੀਨ ਗਏ ਨੇ, ਬੜੇ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ ਆਮ ਆਦਮੀ ਪਾਰਟੀ ਸਰਕਾਰ। ਇਹਨਾਂ ਨੂੰ ਨਹੀਂ ਦੇਖਣਾ, ਤੁਹਾਡਾ ਦੋਨਾਂ ਦਾ ਵਿਊਪੁਆਇੰਟ ਆ ਗਿਆ। ਥੈਂਕ ਯੂ ਵੈਰੀ ਮਚ ਮਠਾੜੀ, ਤੁਹਾਡੀ ਗੱਲ ਵੀ ਆ ਗਈ। ਸ਼ਸ਼ੀਵੀਰ ਜੀ, ਇੱਕ ਸਵਾਲ ਜਿਹੜਾ ਮੈਂ ਪਲੀਜ਼ ਇੱਕ ਜਵਾਬ ਲੈ ਲਓ। ਇਹਨਾਂ ਨੂੰ ਕਹੋ ਤੁਹਾਡੀ ਮੈਨੂੰ ਆਰਟੀਆਈ ਰਿਪੋਰਟ ਜਾਂ ਕੋਈ ਇਸ ਤਰ੍ਹਾਂ ਦਾ ਖੁਲਾਸਾ ਕਰੋ ਜਿਹੜਾ ਤੁਸੀਂ 2 ਲੱਖ ਕਰੋੜ ਰੁਪਇਆ 10 ਸਾਲਾਂ 'ਚ ਕਹਿੰਦੇ ਹੋ। 84,000 ਕਰੋੜ ਰੁਪਇਆ ਜਿਹੜਾ ਹੈਗਾ 10 ਸਾਲਾਂ ਦੇ ਵਿੱਚ ਕਰਜ਼ਾ ਵਧਿਆ। ਜਵਾਬ ਲੈ ਲਈਏ ਆਪਾਂ। ਅੰਨੀ ਡਿਵੈਲਪਮੈਂਟ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਹੈ। ਤੁਸੀਂ ਨਿਊਜ਼ ਚੈਨਲ ਤੇ ਬਹਿ ਕੇ ਝੂਠ ਵੜਦੇ ਹੋ, ਤਾਂ ਹੀ ਮੈਂ ਤੁਹਾਨੂੰ ਕਹਿਣਾ ਤੁਹਾਡੀ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਛੋਟੇ ਤੋਂ ਛੋਟਾ ਵਰਕਰ, ਤੁਹਾਡੇ ਬੁਲਾਰੇ ਆਪਾਂ ਜਵਾਬ ਲੈ ਲਈਏ। ਮਠਾੜੂ ਸਾਹਿਬ ਸਮਾਂ ਨਹੀਂ ਰਹਿਣਾ, ਸਮਾਂ ਨਹੀਂ ਬਚੇਗਾ। ਜਿਹੜੇ ਝੂਠ ਮਾਰੀ ਝੂਠ ਵਾਅਦੇ ਤੁਸੀਂ ਲੋਕਾਂ ਨਾਲ ਕਰਦੇ ਰਹੇ ਹੋ। ਆਮ ਆਦਮੀ ਪਾਰਟੀ ਜਿਹੜੀ ਵਾਅਦੇ ਕਰ ਰਹੇ, ਸਾਰੇ ਵਾਅਦੇ ਪੁਗਾ ਰਹੀ ਆ ਆਪਦੇ। ਇੱਕ ਵਾਅਦੇ ਲਾਈਨ ਆਹੀ ਲਾਈਨ ਕਮਿਟਮੈਂਟ ਪੂਰੀ ਕਰ ਰਹੇ ਆਪਣੀ। ਸ਼ਸ਼ੀਵੀਰ ਜੀ, ਤੁਹਾਡੀ ਗੱਲ ਵੀ ਆ ਗਈ। ਜੀ ਮੈਂ ਕਾਂਗਰਸ ਪਾਰਟੀ ਦੇ ਬੁਲਾਰੇ, ਦੇਖੋ ਉਹਨਾਂ ਬਾਰੇ ਗੱਲ ਕੀਤੀ ਗਈ ਹੈ। ਸਿੱਖਾਂ ਵਾਲਾ ਜੀ, ਇੱਕ ਜਵਾਬ ਤੁਹਾਡੇ ਵੱਲੋਂ ਵੀ ਬਣਦਾ ਹੈ। ਆਪ ਵੱਲੋਂ ਕਿਹਾ ਗਿਆ ਕਿ ਤੁਸੀਂ ਗੱਲਾਂ ਕਰਦੇ ਹੋ ਸਾਡੀਆਂ, ਕਾਂਗਰਸ ਵਾਲੇ ਤਾਂ ਕਹਿੰਦੇ ਪੈਸੇ ਤਾਂ ਕਾਂਗਰਸ ਵਾਲੇ ਲੈ ਰਹੇ, ਕਿਤੇ ਕੋਈ ਐਮਐਲਏ ਜਾ ਰਿਹਾ, ਕਿਤੇ ਕੋਈ ਸਾਬਕਾ ਮੰਤਰੀ ਜਾ ਰਿਹਾ। ਉਹ ਕਹਿੰਦੇ ਸਾਡੀਆਂ ਗੱਲਾਂ ਕਰਦੇ ਹੋ ਆਰਐਸਐਸ ਨਾਲ ਮਿਲਦੀਆਂ, ਆਰਐਸਐਸ ਤੇ ਭਾਜਪਾ ਵਾਲੇ ਤਾਂ ਕਾਂਗਰਸ ਨੂੰ ਖਰੀਦ ਰਹੇ ਹੈ। ਇਹ ਆਪ ਵਾਲਿਆਂ ਦਾ ਐਲੀਗੇਸ਼ਨ ਹੈ ਕਾਂਗਰਸ ਦੇ ਉੱਤੇ। ਦੇਖੋ ਜੀ, ਇਹਨਾਂ ਨੇ ਜਿਹੜੀ ਭਾਰਤੀ ਜਨਤਾ ਪਾਰਟੀ ਨੇ ਇੱਕ ਜਿਹੜੀ ਪਿਛਲੇ ਸਮੇਂ ਦੇ ਵਿੱਚ ਮੁਹਿੰਮ ਚਲਾਈ ਹੈ ਕਿ ਇਹ ਅਲੱਗ-ਅਲੱਗ ਤਰੀਕਿਆਂ ਦੇ ਨਾਲ ਕਿਸੇ ਨੂੰ ਲਾਲਚ ਦੇ ਕੇ ਜਾਂ ਕਿਸੇ ਨੂੰ ਡਰਾ ਕੇ, ਉਹ ਕਿਉਂਕਿ ਜਿਹੜੇ ਰਾਜਨੀਤੀ ਦੇ ਵਿੱਚ ਲੋਕ ਆ, ਉਹਨਾਂ ਦੇ ਬਹੁਤ ਸਾਰੇ ਕਈ ਆ ਜਿਹੜੇ ਬਿਜ਼ਨਸਮੈਨ ਵੀ ਆ, ਉਹਨਾਂ ਦੇ ਵਿੱਚ ਕਈ ਸਾਰੇ ਆ, ਉਹਨਾਂ ਦੀਆਂ ਕਈ ਮਜਬੂਰੀਆਂ ਵੀ ਹੁੰਦੀਆਂ, ਕਈ ਬੰਦੇ ਲਾਲਚ ਦੇ ਵਿੱਚ ਵੀ ਆ ਜਾਂਦੇ ਆ। ਔਰ ਇਹਨਾਂ ਨੇ ਸਾਰੇ ਤਰੀਕਿਆਂ ਦੇ ਨਾਲ ਹੀ ਜਿਹੜੇ ਵੱਖ-ਵੱਖ ਸਟੇਟਾਂ ਦੇ ਵਿੱਚ ਜਿਹੜੇ ਕੁਝ ਐਮਐਲਏਜ਼, ਮੰਤਰੀਜ਼ ਤੇ ਉਹਨਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਹੈ। ਇਹ ਸਾਰੇ ਲੋਕਾਂ ਦੇ ਸਾਹਮਣੇ ਆ। ਪਰ ਇਹਦਾ ਮਤਲਬ ਇਹ ਥੋੜੀ ਆ ਵੀ ਕਾਂਗਰਸ ਨੇ ਵਿੱਚ ਆ। ਉਹ ਕਾਂਗਰਸ ਦੀ ਤਾਂ ਜਿਹੜੇ ਕਾਂਗਰਸ ਨੂੰ ਤਾਂ ਛੱਡ ਕੇ ਗਏ ਉਹ ਲੋਕ, ਉਸ ਗੱਲ ਦਾ ਅਸੀਂ ਤਾਂ ਇਹਨਾਂ ਨੂੰ ਵਾਰ-ਵਾਰ ਇਹਨਾਂ ਦੀ ਇਸ ਗੱਲ ਦੀ ਨਿਖੇਧੀ ਕਰਦੇ ਆ, ਕਿਉਂਕਿ ਉਹ ਲੋਕਤੰਤਰ ਦਾ ਇੱਕ ਤਰ੍ਹਾਂ ਦਾ ਕਤਲ ਹੈ। ਪਰ ਜਿਹੜੀ ਗੱਲ ਇਹਨਾਂ ਦੀ ਹੈ ਉਹ ਮਿਲੀ ਜੁਲੀ ਗੇਮ ਹੈ। ਇਹ ਦੋਨੇ ਪਾਰਟੀਆਂ ਰਲ ਕੇ ਆਰਐਸਐਸ ਦਾ ਇਹਨਾਂ ਦੇ ਸਿਰ ਤੇ, ਦੋਨਾਂ ਦੇ ਸਿਰ ਤੇ ਹੱਥ ਹੈ। ਜੀ ਬਿਲਕੁਲ ਤੁਹਾਡੀ ਗੱਲ ਵੀ ਆ ਗਈ। ਮੈਂ ਲਕੇਸ਼ ਨਾਰੰਗੀ ਤੋਂ ਵੀ ਕਮੈਂਟ ਜ਼ਰੂਰ ਲੈਣਾ ਚਾਹਾਂਗਾ ਤਾਂ ਕਿ ਇਹ ਦੋ ਬੰਦਿਆਂ ਤੋਂ ਬਾਹਰ ਤੀਜੇ ਬੰਦੇ ਦਾ ਕਿਸੇ ਦਾ ਨਾਂ ਹੀ ਨਾ ਆਵੇ। ਓਕੇ, ਥੈਂਕ ਯੂ ਲਕੇਸ਼ ਨਾਰੰਗੀ ਜੀ। ਬਹਿਸ ਨੂੰ ਸਮੇਟਣ ਤੋਂ ਪਹਿਲਾਂ ਮੈਂ ਜ਼ਰੂਰ ਤੁਹਾਡੇ ਕਮੈਂਟ ਲੈਣਾ ਚਾਹੁੰਦਾ, ਕਿਉਂਕਿ ਬਾਰ-ਬਾਰ ਕਾਂਗਰਸ ਵਾਲੀ ਗੱਲ ਕਹੀ ਜਾ ਰਹੀ ਹੈ ਕਿ ਆਪ ਆਰਐਸਐਸ ਤੇ ਭਾਜਪਾ ਇੱਕ ਦੂਜੇ ਨਾਲ ਮਿਲ ਕੇ ਗੇਮ ਖੇਡ ਰਹੇ। ਨਾਰੰਗ ਸਾਹਿਬ ਐਸਾ ਹੈ ਕਿ ਕਾਂਗਰਸ ਪਾਰਟੀ ਨੂੰ ਇੱਕ ਚੀਜ਼ ਸਮਝਣੀ ਚਾਹੀਦੀ ਹੈ ਕਿ ਇਹਨਾਂ ਦੀ ਜਿਹੜੀ ਪਾਰਟੀ ਆ ਆਪਣੇ 100 ਸਾਲ ਦੇ ਸਭ ਤੋਂ ਨਿਮਨ ਸਤਰ ਤੇ ਆ ਗਈ ਆ। ਔਰ ਜਿਹੜਾ ਪੋਲੀਟੀਕਲ ਪਾਰਟੀਜ਼ ਦੇ ਵਿੱਚ ਸਿੱਧੂ ਸਾਹਿਬ, ਜੇ ਕੋਈ ਪੋਲੀਟੀਕਲ ਲੀਡਰ ਹੁੰਦਾ, ਕੋਈ ਐਮਐਲਏ ਹੁੰਦਾ, ਹਰ ਬੰਦਾ ਆਪਣਾ ਫਿਊਚਰ ਦੇਖਦਾ। ਹੁਣ ਜਿਸ ਪਾਰਟੀ ਨੂੰ ਫਿਊਚਰ ਨਹੀਂ ਨਜ਼ਰ ਆ ਰਿਹਾ, ਜੋ ਪਾਰਟੀ ਨੂੰ ਛੱਡ ਕੇ ਦੂਸਰੀ ਪਾਰਟੀ ਨੂੰ ਜੁਆਇਨ ਕਰਦਾ ਵਾ, ਕੋਈ ਮਾਸ ਸ਼ਿਫਟਿੰਗ ਹੁੰਦੀ ਆ, ਤੇ ਇਹ ਇਹਨਾਂ ਦਾ ਫੇਲੀਅਰ ਆ ਕਿ ਇਹ ਆਪਣੇ ਲੋਕਾਂ ਨੂੰ ਨਹੀਂ ਸੰਭਾਲ ਸਕੇ।
ਆਪਾਂ ਜੀ। ਲੋਕਾਂ ਦੀ ਐਂਬੀਸ਼ਨਸ ਨੂੰ ਕਰਟੇਲ ਨਹੀਂ ਕਰ ਸਕਦੇ। ਚਲੋ ਇਹੋ ਜਿਹੇ ਮਿਹਰਬਾਨੀ। ਸਵਾਲ ਦਾ ਜਵਾਬ ਮੈਂ ਸ਼ਸ਼ੀ ਵੀਰ ਜੀ ਦੇ ਲਈ ਵੀ ਜ਼ਰੂਰ ਕਹਿਣਾ ਚਾਹੂੰਗਾ ਕਿ ਇਹ ਕਿਸੇ ਹੋਰ ਨੂੰ ਲਾਂਭੇ ਦੇਣ ਨਾਲੋਂ, ਕਿਸੇ ਹੋਰ ਦੇ ਨੁਕਸ ਨਾਲੋਂ ਆਪਣੇ ਵਿਧਾਇਕਾਂ ਨੂੰ ਸੰਭਾਲਣ, ਆਪਣੇ ਜਿਹੜੇ ਚੁਣੇ ਹੋਏ ਕਰਪਟ ਲੋਕ ਨੇ ਉਹਨਾਂ ਨੂੰ ਸੰਭਾਲਣ। ਕਰਪਟ ਲੋਕਾਂ ਤੇ ਕਾਰਵਾਈ ਇਸੇ ਕਰਕੇ ਨਹੀਂ ਕਰਦੇ ਲਕੇਸ਼ ਨਾਲ ਜੀ ਇਹਨਾਂ ਨੂੰ ਤੁਹਾਡਾ ਪਤਾ ਵਾ। ਵਿਊ ਪੁਆਇੰਟ ਆ ਗਿਆ। ਥੈਂਕ ਯੂ ਵੈਰੀ ਮੱਚ। ਆਪਾਂ ਨੂੰ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਮੇਰੀ ਮਜਬੂਰੀ ਹੈ, ਆਪਾਂ ਨੂੰ ਬਹਿਸ ਸਮੇਟਣੀ ਪਏਗੀ। ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਜਿਸ ਮੁੱਦੇ ਤੇ ਆਏ। ਇਸ ਵੇਲੇ ਮੁੱਦਾ ਮੈਂ ਕਹਾਂਗਾ ਕਿ ਕੌਮੀ ਪੱਧਰ ਤੇ ਚਰਚਾ 'ਚ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੇ ਇਹ ਗੱਲ ਕਹੀ ਹੈ ਕਿ ਕਰੰਸੀ ਨੋਟਾਂ ਤੇ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਲੱਗਣ ਦੇ ਨਾਲ ਦੇਸ਼ ਦੀ ਅਰਥ ਵਿਵਸਥਾ ਮਜ਼ਬੂਤ ਹੋਏਗੀ। ਮਜ਼ਬੂਤ ਹੋਏਗੀ ਕਿ ਨਹੀਂ ਹੋਏਗੀ, ਮਹਿਮਾਨਾਂ ਦੀ ਆਪਣੀ ਆਪਣੀ ਰਾਏ ਤਾਂ ਹੋ ਸਕਦੀ ਹੈ, ਪਰ ਅਸੀਂ ਵੱਡਾ ਸਵਾਲ ਆਪਣੇ ਦਰਸ਼ਕਾਂ ਤੇ ਛੱਡਣ ਜਾ ਰਹੇ ਹਾਂ। ਫੈਸਲਾ ਉਹ ਕਰਨਗੇ ਕੌਣ ਝੂਠ ਬੋਲ ਰਿਹਾ ਤੇ ਕਿੱਥੇ ਹੈ ਸੱਚ। ਪਰ ਇਹ ਜ਼ਰੂਰ ਇਹਨਾਂ ਮੁੱਦਿਆਂ ਤੇ ਆਉਣ ਲਈ ਮੈਂ ਤੁਹਾਡੇ ਸਾਰਿਆਂ ਵੱਲੋਂ ਆਪਣੇ ਮਹਿਮਾਨਾਂ ਦਾ ਧੰਨਵਾਦੀ ਹਾਂ ਤੇ ਇਸ ਦੇ ਨਾਲ ਹੀ ਆਪਾਂ ਤੁਹਾਡੇ ਵੱਲੋਂ ਵੀ ਲੈ ਰਹੇ ਹਾਂ ਇਜਾਜ਼ਤ। ਸਤਿ ਸ੍ਰੀ ਅਕਾਲ।